ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਣੀ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਮੰਗਲ ਨਾਥ ਸੁਨੋ ਇਸ ਬੈਨ ਕੋ। ਕੂੜ ਕਹੈ ਕਿਦੋ ਸਾਚ ਅਲਾਈ। ਭਾਖਤ ਹੋ ਤੁਮ और विधि हमको विद जान है देहो बताई। मंगल नाथ सुनो इस बैन को। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਗੁਰੂ ਦੀਆਂ ਸੰਗਤਾਂ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਤੋਂ ਹੀ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਗ੍ਰੰਥੀ ਸਾਹਿਬ ਦੀ ਰਸਨਾ ਤੋਂ ਪਾਵਨ ਪਵਿੱਤਰ ਬਾਣੀ ਸੋਦਰ ਰਹਿਰਾਸ ਸਾਹਿਬ ਬਾਣੀ ਦੇ ਜਾਪ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਸੁੰਦਰ ਦਰਬਾਰ ਦੀਵਾਨ ਸਜੇ ਹਨ। ਬੇਅੰਤ ਸੰਗਤਾਂ ਹੀ ਹਾਜ਼ਰੀਆਂ ਭਰ ਰਹੀਆਂ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਆਪਾਂ ਰੋਜ਼ਾਨਾ ਹੀ ਨਿਤਨੇਮ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਸੋਹਣਾ ਇਤਿਹਾਸ ਪੜ੍ਹ ਸੁਣ ਰਹੇ ਹਾਂ ਸੰਗਤ ਰੂਪ ਵਿੱਚ। ਉਸ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਕੁਝ ਦਿਨਾਂ ਤੋਂ ਜਿਹੜੇ ਪ੍ਰਸੰਗ ਹੈ ਉਹ ਸਿੱਧਾ ਨਾਲ ਜਿਵੇਂ ਚਰਚਾ ਹੋਈ ਗੁਰੂ ਸਾਹਿਬ ਜੀ ਦੀ ਉਹ ਚੱਲ ਰਹੇ ਹੈ। ਮਹਾਰਾਜ ਪ੍ਰਤੱਖ ਰੂਪ ਵਿੱਚ ਹੀ ਦੂਸਰੀ ਵਾਰ ਸੱਚਖੰਡ ਨੂੰ ਜਾ ਰਹੇ ਹੈ। ਰਸਤੇ ਵਿੱਚ ਜਿਹੜੇ ਕੋਈ ਮਨੀਸ਼ਵਰ ਵੱਡੇ ਵੱਡੇ ਜਪੀ ਤਪੀ ਬੈਠੇ ਹੈ ਉਹਨਾਂ ਨੂੰ ਹੋਰ ਮਹਾਨ ਕਰਨ ਵਾਸਤੇ ਉਹਨਾਂ ਦੀ ਪੁਰੀਆਂ ਵਿੱਚ ਚਰਨ ਪਾਉਣੇ ਹੈ।
ਇੱਧਰ ਰਸਤੇ ਵਿੱਚ ਜਾਂਦਿਆਂ ਹੀ ਸੱਚਖੰਡ ਦੇ ਸੁਮੇਰ ਪਰਬਤ ਜਿਹੜਾ ਉਹ ਆਉਂਦਾ ਹੈ, ਜਿੱਥੇ 84 ਸਿੱਧ ਬੜੇ ਮਾਨੀ ਹੰਕਾਰੀ ਹੋਏ ਬੈਠੇ ਸੀ, ਜਿਨ੍ਹਾਂ ਦੇ ਮਨ ਵਿੱਚ ਬੜਾ ਤਕੜਾ ਹੰਕਾਰ ਹੋਇਆ ਪਿਆ ਸੀ ਕਿ ਸਾਡੇ ਸਮਾਨ ਕੋਈ ਦੂਸਰਾ ਹੈ ਹੀ ਨਹੀਂ, ਸਿਰਫ ਅਸੀਂ ਹੀ ਇੱਕ ਸਿੱਧ ਲੋਕ ਹਾਂ ਜਿਹੜੇ ਸਭ ਤੋਂ ਉੱਤਮ ਮਹਾਨ ਹਾਂ, ਜਿਸ ਕਰਕੇ ਹੋਰ ਕਿਸੇ ਨੂੰ ਆਪਣੀ ਨਜ਼ਰਾਂ ਹੇਠ ਨਹੀਂ ਸੀ ਲਿਆਉਂਦੇ। ਅਤੇ ਜਿਹੜੇ ਸਿੱਧ ਹੈ, ਗੋਰਖਨਾਥ ਦੀ ਆਗਿਆ ਪਾ ਪਾ ਕੇ, ਜਦੋਂ ਕਿ ਗੋਰਖਨਾਥ ਨੇ ਗੁਰੂ ਸਾਹਿਬ ਨੂੰ ਦੇਖ ਕੇ ਪਹਿਚਾਣ ਲਿਆ ਵੀ ਪਰਮੇਸ਼ਰ ਰੂਪ ਹੈ, ਮਹਾਨ ਹਨ, ਸਾਨੂੰ ਤਾਂ ਇਹਨਾਂ ਦਾ ਪੰਥ ਹੀ ਗ੍ਰਹਿਣ ਕਰਨਾ ਪੈਣਾ ਹੈ, ਇਹਨਾਂ ਸਾਡਾ ਕੋਈ ਨਹੀਂ ਕਰਨਾ। ਫਿਰ ਵੀ ਜਿਹੜੇ ਸਿੱਧ ਉਹਨਾਂ ਅੰਦਰ ਮਾਣ ਬਹੁਤ ਸੀ, ਉਹਨਾਂ ਦੇ ਮਾਣ ਨੂੰ ਨਾਸ ਕਰਨ ਵਾਸਤੇ ਇਸ ਗੋਰਖਨਾਥ ਨੇ ਚੁੱਪ ਵੱਟ ਲਈ। ਸੁਮੇਰ ਪਰਬਤ 'ਤੇ ਜਾ ਕੇ ਗੁਰੂ ਨਾਨਕ ਸਾਹਿਬ ਬਾਰੇ ਦੱਸਿਆ। ਸਿੱਧ ਜਿਹੜੇ ਆਕੜੇ ਹੰਕਾਰੇ ਉਹ ਸਭ ਆਪਣੇ ਆਪ ਵਿੱਚ ਉੱਛਣ ਲੱਗੇ ਵੀ ਮੈਂ ਜਾਵਾਂਗਾ, ਉਹਨਾਂ ਨੂੰ ਮੋੜ ਕੇ ਆਵਾਂਗਾ, ਨਹੀਂ ਤਾਂ ਆਪਣੇ ਪੰਥ ਵਿੱਚ ਲੈ ਕੇ ਆਵਾਂਗਾ। ਇਸ ਕਰਕੇ ਉਹ ਵਾਰੀ ਵਾਰੀ ਜਾਂਦੇ ਹੈ, ਪਿੱਛੇ ਆਪਣਾ ਸਾਰੇ ਸੰਪੂਰਨ ਵਿਚਾਰ, ਜਿਵੇਂ ਜਿਵੇਂ ਸਿੱਧਾਂ ਨਾਲ ਵਿਚਾਰ ਹੋਈ, ਜਿੰਨੀ ਕੁ ਸਮਝ ਪਈ ਆਪਾਂ ਉਹ ਕਥਾ ਵਿਚਾਰ ਕੀਤੀ ਹੈ ਸੰਗਤ ਰੂਪ ਵਿੱਚ। ਹੁਣ ਜਿਹੜਾ ਪ੍ਰਸੰਗ ਚੱਲ ਰਿਹਾ ਹੈ, ਪਹਿਲਾਂ ਗੋਪੀ ਚੰਦ ਗਿਆ, ਮਹਾਰਾਜ ਜੀ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਮਹਾਰਾਜ ਜੀ ਨੂੰ ਮਹਾਨ ਜਾਣ ਕੇ ਪਿੱਛੇ ਮੁੜ ਗਿਆ। ਫਿਰ ਈਸ਼ਰਨਾਥ ਲੰਗਰਨਾਥ ਗਿਆ ਹੈ। ਇਹ ਸਾਰੇ ਜਿਹੜੇ ਆ ਵਾਪਸ ਚਲੇ ਗਏ ਹੈ, ਜਾਣ ਗਏ ਵੀ ਇਹ ਗੁਰੂ ਨਾਨਕ ਸਾਹਿਬ ਮਹਾਨ ਹਨ। ਫਿਰ ਗੋਰਖਨਾਥ ਨੇ ਮੰਗਲਨਾਥ ਨੂੰ ਕਿਹਾ ਵੀ ਮੰਗਲਨਾਥ ਇੱਕ ਤੂੰ ਹੀ ਮਹਾਨ ਸਿੱਧ ਬਚਿਆ ਹੈ, ਬਾਕੀ ਦੇ ਸਾਰੇ ਹਾਰ ਹਾਰ ਕੇ ਆ ਰਹੇ ਹੈ, ਅਤੇ ਤੂੰ ਗੁਰੂ ਨਾਨਕ ਸਾਹਿਬ ਜੀ ਪਾਸ ਉੱਥੇ ਚਲਿਆ ਜਾ ਜਿੱਥੇ ਉਹ ਬੈਠੇ ਹੋਏ ਹੈ, ਉਹਨਾਂ ਨੂੰ ਆਪਣੇ ਨਾਲ ਉਪਦੇਸ਼ ਦੇ ਕੇ ਲੈ ਕੇ ਆ। ਮੰਗਲਨਾਥ ਜਿਹੜਾ ਹੈ ਇਹ ਬੜਾ ਕਮਾਈ ਵਾਲਾ ਸੀ, ਜਿਸ ਕਰਕੇ ਗੋਰਖਨਾਥ ਨੂੰ ਕਹਿੰਦਾ ਵੀ ਜਿਹੜੇ ਮਹਾਨ ਹੋਣ ਉਹ ਕਦੀ ਕਿਸੇ ਦਾ ਉਪਦੇਸ਼ ਕਿਵੇਂ ਲੈ ਸਕਦੇ ਅਤੇ ਵਿੱਦ ਬਣ ਨਹੀਂ ਸਕਦੀ। ਜਦੋਂ ਸਾਡੇ ਤੋਂ ਛੋਟੇ ਹੋਣ ਫਿਰ ਤਾਂ ਚੰਗੇ ਅਧਿਕਾਰੀ ਹੋ ਕੇ ਉਪਦੇਸ਼ ਲੈ ਲੈਣ, ਪਰ ਜਦੋਂ ਹੈ ਹੀ ਮਹਾਨ ਫਿਰ ਉਹ ਕਿਵੇਂ ਸਾਡਾ ਉਪਦੇਸ਼ ਲੈਣਗੇ। ਅਤੇ ਇਸ ਤਰ੍ਹਾਂ ਮੈਂ ਚਲਿਆ ਤੇ ਜਾਂਦਾ ਹਾਂ ਤੁਹਾਡੀ ਬੇਨਤੀ ਮੰਨ ਕੇ, ਪਰ ਗੁਰੂ ਨਾਨਕ ਸਾਹਿਬ ਜਿਨ੍ਹਾਂ ਬਾਰੇ ਤੁਸੀਂ ਕਹਿ ਰਹੇ ਹੋ ਮਹਾਨ ਹਨ। ਗੋਰਖਨਾਥ ਕਹਿੰਦਾ ਵੀ ਤੂੰ ਚਲਿਆ ਜਾ, ਜਿਵੇਂ ਤੇਰੀ ਇੱਛਾ ਹੈ ਉਸੇ ਤਰ੍ਹਾਂ ਕਰ ਕਰਾ ਲੈ। ਫਿਰ ਮੰਗਲਨਾਥ ਗਿਆ, ਸਤਿਗੁਰੂ ਮਹਾਰਾਜ ਜੀ ਦੇ ਜਾਂਦਿਆਂ ਹੀ ਜਿਹੜੇ ਚਰਨ ਮੱਥਾ ਟੇਕਿਆ ਆਦੇਸ਼ ਕਹੀ, ਫਿਰ ਚਰਨ ਪਰਸਣੇ ਚਾਹੇ ਹੈ। ਗੁਰੂ ਮਹਾਰਾਜ ਜੀ ਨੇ ਵੀ ਮੰਗਲਨਾਥ ਬੜਾ ਕਮਾਈ ਵਾਲਾ ਹੈ, ਸਾਡਾ ਭਗਤ ਹੈ, ਪਰਮੇਸ਼ਰ ਦੀ ਭਗਤੀ ਕਰਦਾ ਹੈ। ਆਪ ਹੀ ਮਹਾਰਾਜ ਨੇ ਆਪਣੇ ਹਸਤ ਪਵਿੱਤਰ ਗਾਂਹ ਕਰਕੇ ਚਰਨ ਛੋਹਣੇ ਕੀਤੇ ਮੰਗਲਨਾਥ ਨੇ ਸਤਿਗੁਰੂ ਜੀ ਦੇ। ਗੁਰੂ ਸਾਹਿਬ ਜੀ ਨੇ ਤੇ ਜਣਾਇਆ ਹੈ ਵੀ ਹਰ ਕਾ ਸੇਵਕ ਸੋ ਹਰ ਜੇਹਾ, ਹਰ ਹਰ ਜਨ ਦੁਈ ਇੱਕ ਹੈ, ਬਿਬ ਵਿਚਾਰ ਕਛ ਨਾਹੀ। ਵੀ ਹਰੀ ਦਾ ਸੇਵਕ ਅਤੇ ਹਰੀ ਇੱਕ ਹੀ ਹੈ, ਭੇਦ ਨਹੀਂ ਹੈ। ਜਿਸ ਕਰਕੇ ਆਪਣੇ ਸਰੂਪ ਨੂੰ ਅਸੀਂ ਮੱਥਾ ਟੇਕ ਰਹੇ ਹਾਂ, ਔਰ ਚਰਨ ਪਰਸਨੇ ਕੀਤੇ ਦੋਵਾਂ ਤਰਫਾਂ ਤੋਂ, ਆਪੋ ਵਿੱਚ ਹੀ ਮਿਲ ਜੁਲ ਕੇ ਬੜੀ ਖੁਸ਼ੀ ਕੀਤੀ ਹੈ। ਕੋਈ ਆਪਣੇ ਵੱਲੋਂ ਚਰਚਾ ਦਾ ਵਚਨ ਨਹੀਂ ਕੀਤਾ ਮੰਗਲਨਾਥ ਨੇ। ਇਸ ਤਰ੍ਹਾਂ ਗੁਰੂ ਸਾਹਿਬ ਦੀ ਮਹਿਮਾ ਕਰਕੇ ਵਿਚਾਰ ਕਰਕੇ ਵਾਪਸ ਚਲਿਆ ਗਿਆ। ਗੋਰਖਨਾਥ ਨੂੰ ਮਹਾਨਤਾ ਜਣਾਈ ਸਤਿਗੁਰਾਂ ਦੀ। ਜਦੋਂ ਮੰਗਲਨਾਥ ਦੇ ਪਾਸੋਂ ਉੱਥੇ ਗੁਰੂ ਸਾਹਿਬ ਦੀ ਵਡਿਆਈ ਸੁਣੀ ਹੈ, ਜਿਹੜਾ ਕਿ ਸ਼ੰਭੂਨਾਥ ਹੈ ਇਹ ਬੜਾ ਹੰਕਾਰੀ ਸੀ, ਅਤੇ ਸ਼ੰਭੂਨਾਥ ਨੇ ਇਹ ਸੁਣ ਕਰਕੇ ਗੋਰਖਨਾਥ ਨੂੰ ਕਿਹਾ ਵੀ ਮੈਂ ਜਾਂਦਾ ਹਾਂ, ਮੈਂ ਦੇਖਦਾ ਕੋਈ ਉਹ ਨਾਨਕ ਤਪਾ ਕੈਸਾ ਹੈ।
ਇਹਨੇ ਇੱਕ ਕੰਨ 'ਚ ਮੁੰਦਰ ਜੀ ਪਾਈ ਸੀ, ਹੱਥ ਵਿੱਚ ਇੱਕ ਬਰਾਗਣ ਲਈ ਹੈ। ਉਹ ਕੂਣੀਆਂ ਨੂੰ ਸਹਾਰਾ ਜਿਹਾ ਦੇਣ ਵਾਸਤੇ ਇੱਕ ਝੰਡਾ ਠੂਠਾ ਹੱਥ 'ਚ ਫੜੀ ਫਿਰਦਾ ਹੈ। ਗੁਰੂ ਨਾਨਕ ਸਾਹਿਬ ਪਾਸ ਆ ਗਿਆ ਹੰਕਾਰ ਦੇ ਵਿੱਚ ਹੀ, ਗੋਰਖਨਾਥ ਤੋਂ ਆਗਿਆ ਲੈ ਕੇ ਆਦੇਸ਼ ਕਹਿ ਕੇ, ਇਹ ਬਾਲੇ ਤੈਨੂੰ ਆਦੇਸ਼ ਹੋਵੇ। ਤੇ ਮਹਾਰਾਜ ਜੀ ਨੇ ਕਿਹਾ ਵੀ ਪ੍ਰਭੂ ਨੂੰ ਸਾਡੀ ਆਦੇਸ਼ ਨਮਸਕਾਰ। ਸ਼ੰਭੂਨਾਥ ਜੀ ਆਓ ਬੈਠੋ। ਫਿਰ ਆਪਣੇ ਵਿਚਾਰ ਕਹਿਣ ਲੱਗਾ ਵੀ ਤੁਸੀਂ ਮੁੰਦਰਾਂ ਪਾ ਲਓ, ਗੋਰਖਨਾਥ ਦੇ ਚੇਲੇ ਹੋ ਜੋ, ਭਸਮ ਲਗਾ ਲਓ, ਤੁਹਾਨੂੰ ਵਿਗੜ ਨਹੀਂ ਕੋਈ ਹੋਊਗਾ। ਤੁਹਾਡੇ ਹੱਥ ਵਿੱਚ ਮੈਂ ਠੂਠਾ ਜਿਹਾ ਫੜਾਉਣਾ, ਉਹ ਲੈ ਲਈਏ ਤੇ ਮਾਲਕ ਵਾਲੇ ਹੋ ਜਾਈਏ, ਭਾਵ ਗੁਰਨਾਥ ਨੂੰ ਗੁਰੂ ਕਰ ਲਈਏ। ਤੇ ਨਾਲ ਹੀ ਕਹਿੰਦਾ ਵੀ ਸਾਰੀਆਂ ਰਿੱਧੀਆਂ ਸਿੱਧੀਆਂ ਤੁਹਾਡੇ ਪਾਸ ਆ ਜਾਣਗੀਆਂ ਜੇ ਤੁਸੀਂ ਗੋਰਖਨਾਥ ਦੇ ਪ੍ਰੇਮ ਵਿੱਚ ਰੰਗੇ ਗਏ ਪੈ ਗਏ। ਤੇ ਮਹਾਰਾਜ ਕਹਿਣ ਲੱਗੇ ਵੀ ਸ਼ੰਭੂਨਾਥਾ, ਤੇਰਾ ਗੋਰਖਨਾਥ ਜੋ ਹੈ ਉਹਨੂੰ ਅਸੀਂ ਦਾਸ ਕਰਾਂਗੇ, ਤੁਹਾਡਾ ਵੀ ਮਾਣ ਨਾਸ ਕਰਾਂਗੇ। ਤੇ ਜਿਹੜੀ ਤੂੰ ਕਹਿੰਦਾ ਵੀ ਸੁੰਨ ਅਵਸਥਾ ਤੁਸੀਂ ਚਲੇ ਜਾਓਗੇ, ਮੌਤ ਨਹੀਂ ਆਏਗੀ, ਨੇੜੇ ਭੱਜ ਜਾਏਗੀ। ਮਹਾਰਾਜ ਕਹਿੰਦੇ ਉਹ ਮੌਤ ਸਾਡੀ ਪਹਿਲਾਂ ਹੀ ਨੇੜੇ ਨਹੀਂ ਆਉਂਦੀ ਹੈ, ਉਹ ਅਸੀਂ ਦੂਰ ਕੀਤੀ ਹੋਈ ਹੈ। ਰਿੱਧੀਆਂ ਸਿੱਧੀਆਂ ਸਾਡੇ ਕੋਲ ਪਹਿਲਾਂ ਬਹੁਤ ਹੈ, ਜੇ ਕੋਈ ਮੰਗੇ ਸਗੋਂ ਆਪ ਦੇ ਦਈਦੀਆਂ। ਤੇ ਸੁੰਨ ਅਵਸਥਾ ਵਿੱਚ ਅਫੁਰ ਅਵਸਥਾ ਸਾਡਾ ਆਸਣ ਲੱਗਾ ਹੋਇਆ, ਸਾਰੇ ਵਿਗੜ ਵਿਨਾਸ਼ ਕੀਤੇ ਹੋਏ। ਸ਼ੰਭੂਨਾਥ ਨੇ ਸੁਣ ਕੇ ਬੜੀ ਅੱਗ ਜੀ ਛੱਡੀ ਹੈ, ਲਾਲ ਪੀਲਾ ਜਿਹਾ ਹੋਇਆ, ਔਖਾ ਜਿਹਾ ਹੋ ਕੇ ਕਹਿਣ ਲੱਗਾ, ਉਹ ਨਾਨਕ ਤਵੇ ਤੂੰ ਤੇ ਬੜਾ ਤਗੜਾ ਹੰਕਾਰੀ ਹੈ, ਤੇਰੀ ਨਜ਼ਰ ਕਿੱਥੇ ਲੱਗੀ ਹੋਈ, ਐਵੇਂ ਕਮਲੀਆਂ ਬਾਤਾਂ ਕਰਦਾ, ਮੁੱਖੋਂ ਕੁਝ ਵੀ ਵਗ ਦੇਣਾ। ਤੇ ਗੋਰਖਨਾਥ ਨੂੰ ਜਾਣਦਾ ਨਹੀਂ ਉਹ 'ਚ ਕੈਸੀ ਸ਼ਕਤੀ ਹੈ। ਸਾਰੇ ਸਿੱਧਨਾਥ ਤੂੰ ਨਿੰਦ ਭੰਡ ਦਿੱਤੇ ਹੈ, ਗੰਦੀ ਮਿੱਟੀ ਦੇ ਬਣੇ ਹੋਏ ਪੈਦਾ ਹੋਏ, ਉਹ ਕੀ ਮਾਣ ਵਿੱਚ ਭਰਿਆ ਹੋਇਆ ਹੈ, ਕਿਹੜੀ ਵਡਿਆਈ ਪਾਈ ਹੈ, ਗੁਰੂ ਤੋਂ ਬਿਨਾਂ ਜੂਨਾ ਹੀ ਪਾਏਗਾ। ਇਵੇਂ ਬੜਾ ਸਖਤੀ ਦੇ ਬਚਨ ਹੀ ਬੋਲਿਆ, ਕਿਉਂਕਿ ਹੈ ਵੀ ਹੰਕਾਰੀ, ਵੀ ਬੋਲੀ ਤੋਂ ਪਤਾ ਲੱਗਦਾ, ਮੁਖ 'ਤੇ ਬੋਲਿਆ ਤਾਂ ਕੱਢਿਆ ਵਿਚਾਰ ਕੇ ਕਿੰਨੀ ਕੁ ਅਵਸਥਾ ਦਾ ਮਾਲਕ ਸੀ। ਮਹਾਰਾਜ ਕਹਿੰਦੇ ਵੀ ਗੋਰਖਨਾਥ ਜਿਹੜਾ ਤੇਰਾ ਗੁਰੂ ਦੇ ਬਾਰੇ ਹੀ ਜਾਣਦੇ, ਤੂੰ ਸਾਨੂੰ ਕੀ ਕਹਿਣਾ ਸ਼ੰਭੂਨਾਥਾ, ਉਹ ਸ਼ਿਵ ਜੀ ਦੀ ਬਿੰਦ ਤੋਂ ਬਣਿਆ ਹੋਇਆ ਹੈ। ਤੇ ਜਿਹੜਾ ਤੇਰਾ ਗੋਰਖਨਾਥ ਗੁਰੂ ਉਹ ਸ਼ਿਵ ਜੀ ਦੀ ਬਿੰਦ ਤੋਂ ਬਣਿਆ, ਨਜ਼ਰ ਸਾਡੀ ਪਰਮੇਸ਼ਰ ਵਿੱਚ ਲੱਗੀ ਹੋਈ ਹੈ। ਸੰਤ ਸਾਧ ਸਾਡੇ ਸਕੇ ਭਰਾ ਹੈ, ਤੇ ਇੱਕ ਵਰਗੀ ਸਭ ਦੀ ਦੇਹ ਹੈ, ਇੱਕ ਵਿੱਚ ਪਰਮੇਸ਼ਰ ਸਮਾਇਆ ਹੋਇਆ ਹੈ। ਜਿਨ੍ਹਾਂ ਮਾਣ ਨਾਸ ਕੀਤਾ ਭਗਤ ਹੈ, ਉਹ ਪਰਮੇਸ਼ਰ ਦੇ ਉੱਤਮ ਪੁਰਸ਼ ਹੈ। ਫਿਰ ਜਿਹੜਾ ਹੋਰ ਵਿਚਾਰਾਂ ਕਰਕੇ ਅਖੀਰੀ ਇਹ ਥੱਕ ਹਾਰ ਕੇ ਬੋਲਿਆ ਵੀ ਉਹ ਨਾਨਕ ਤਪਿਆ ਤੂੰ ਸਮਝਾਇਆ ਸਮਝਦਾ ਹੀ ਨਹੀਂ ਹੈ, ਤੇਰੇ ਨਾਲ ਕਿਹੜਾ ਚਰਚਾ ਕਰੇ। ਇਹ ਕਹਿ ਕੇ ਚਲਾ ਗਿਆ। ਫਿਰ ਉੱਥੇ ਜਾ ਕੇ ਜਿਵੇਂ ਗੋਰਖਨਾਥ ਨੇ ਪੁੱਛਿਆ ਵੀ ਹਾਂ ਦੱਸ ਸ਼ੰਭੂਨਾਥਾ, ਕਿਹੋ ਜਿਹੇ ਬਚਨ ਤੂੰ ਕਹੇ ਹੈ, ਨਾਨਕ ਤਪਾ ਜੀ ਦੇ ਕਿਹੋ ਜਿਹੇ ਬਚਨ ਸੁਣੇ ਹੈ, ਤੇਰਾ ਉਪਦੇਸ਼ ਉਹਨਾਂ ਮੰਨਿਆ ਹੈ ਕਿ ਜਾਂ ਨਹੀਂ ਮੰਨਿਆ ਹੈ, ਲੈਂਦਾ ਹੀ ਨਹੀਂ ਮਨ ਵਿੱਚ। ਇਹ ਕਹਿਣ ਲੱਗਾ ਵੀ ਮੇਰੀ ਸੁਣੋ ਗੱਲ, ਗੋਰਖਨਾਥ ਜੀ ਉਹਦੇ ਕਮਲੀਆਂ ਗੱਲਾਂ ਕਰਦੇ, ਮੁੱਖੋਂ ਕੋਈ ਵੀ ਬਕ ਦਿੰਦੇ, ਉਹ ਨਹੀਂ ਕਿਸੇ ਦਾ ਉਪਦੇਸ਼ ਮੰਨਦੇ। ਗੋਰਖਨਾਥ ਇਹ ਜਿਹੀ ਗੱਲ ਜੀ ਸੁਣ ਕੇ ਤੇ ਹੱਸਿਆ ਹੈ, ਹੱਸ ਕੇ ਮੰਗਲਨਾਥ ਦੀ ਤਰਫ ਦੇਖਣਾ ਕੀਤਾ। ਜਿਵੇਂ ਮੰਗਲਨਾਥ ਵੱਲ ਵੇਖ ਕੇ ਫਿਰ ਸਾਰੇ ਸਿੱਧਾਂ ਨੂੰ ਸੁਣਾਉਂਦਿਆਂ ਹੋਇਆਂ ਮੰਗਲਨਾਥ ਨੂੰ ਗੋਰਖਨਾਥ ਨੇ ਬਚਨ ਕਿਹਾ। ਉਹ ਪ੍ਰਸੰਗ ਆ ਰਹੇ ਹੈ, ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਮੰਗਲਨਾਥ ਸੁਨੋ ਇਸ ਬੈਨ ਕੋ। ਗੋਰਖਨਾਥ ਕਹਿਣ ਲੱਗਾ ਵੀ ਮੰਗਲਨਾਥ ਆ ਜੋ ਸ਼ੰਭੂਨਾਥ ਕਹਿੰਦਾ
ਇਹਦੇ ਬਚਨਾਂ ਤੂੰ ਵੀ ਸੁਣ ਲਾ ਵੀ ਮੰਗਲਨਾਥ। ਕੂਰ ਕਹੈ ਕਿਦੋ ਸਾਚ ਅਲਾਈ, ਇਹ ਝੂਠ ਕਹਿੰਦਾ ਕਿ ਜਾਂ ਇਹ ਸੱਚ ਕਹਿੰਦਾ ਸ਼ੰਭੂਨਾਥ। ਭਾਖਤ ਹਾਂ ਤੁਮ ਔਰ ਵਿਧੀ, ਕਿਉਂਕਿ ਮੰਗਲਨਾਥਾ ਤੂੰ ਤੇ ਹੋਰੀ ਤਰ੍ਹਾਂ ਕਹਿਣਾ ਸੀ। ਗੁਰੂ ਨਾਨਕ ਜੀ ਦੇ ਸੰਬੰਧ ਵਿੱਚ ਹਮ ਕੋ ਵਿਦ ਜਾਣ ਹੈ ਦੇਹੋ ਬਤਾਈ, ਵੀ ਅਸੀਂ ਕਿਹੜੀ ਤਰ੍ਹਾਂ ਜਾਣੀਏ। ਜਿਸ ਤਰ੍ਹਾਂ ਸ਼ੰਭੂਨਾਥ ਕਹਿ ਰਿਹਾ ਹੈ ਮਹਾਰਾਜ ਦੇ ਸੰਬੰਧ ਵਿੱਚ, ਉਹ ਸਮਝੀਏ ਜਾਣੀਏ ਕਿ ਜਾਂ ਜਿਵੇਂ ਤੂੰ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਤੇ ਬਹੁਤ ਮਹਾਨ ਤਪੇ, ਉਹਨਾਂ ਦੇ ਸਮਾਨ ਨਹੀਂ ਸਾਡੇ ਵਰਗਾ ਕੋਈ ਹੋ ਸਕਦਾ, ਉਹਨਾਂ ਦੇ ਬਰਾਬਰੀ ਹੀ ਨਹੀਂ ਕਰ ਸਕਦੇ। ਅਸੀਂ ਕਿਹੜੀ ਤਰ੍ਹਾਂ ਮੰਨੀਏ, ਜਿਵੇਂ ਸ਼ੰਭੂਨਾਥ ਕਹਿੰਦਾ ਉਵੇਂ ਕਿ ਜਾਂ ਜਿਵੇਂ ਤੂੰ ਕਹਿੰਦਾ ਉਵੇਂ। ਇਹ ਮੰਗਲਨਾਥਾ ਦੱਸ ਦਿਓ ਸਾਨੂੰ। ਮੰਗਲ ਭਾਗਤ ਆਪਣੇ ਪੰਥ ਕੀ। ਮੰਗਲਨਾਥ ਕਹਿਣ ਲੱਗਾ ਵੀ ਗੋਰਖਨਾਥ ਜੀ ਇਹ ਸ਼ੰਭੂਨਾਥ ਦੇ ਵੱਸ ਦੀ ਗੱਲ ਨਹੀਂ ਹੈ, ਇਹ ਤੇ ਆਪਣੇ ਪੰਥ ਦੀ ਹੀਨਤਾ ਕੈਸੇ ਕਹੀ ਨਾ ਜਾਈ। ਇਹ ਸ਼ੰਭੂਨਾਥ ਕੋ ਆਪਣੇ ਪੰਥ ਦੀ ਜਿਹੜੀ ਹੀਨਤਾ ਨਾ ਛੁਟਿਆਈ ਹੈ, ਨਿਊਨਤਿਆਈ ਹੈ, ਕਿਸੇ ਤਰ੍ਹਾਂ ਕਹੀ ਨਹੀਂ ਜਾ ਸਕਦੀ। ਇਹ ਕਹਿ ਨਹੀਂ ਸਕਦਾ ਵੀ ਸਾਡਾ ਪੰਥ ਛੋਟਾ ਹੈ ਮਾੜਾ ਹੈ, ਇਹ ਮੁੱਖੋਂ ਬਕ ਨਹੀਂ ਸਕਦਾ। ਕਿਵੇਂ ਕਹੇ ਵੀ ਸਾਡਾ ਪੰਥ ਮਾੜਾ ਹੈ। ਸਾਚ ਕੋ ਕੂਰ ਕਹਿ ਜਗ ਜੀ ਨਰ, ਪਰ ਗੋਰਖਨਾਥ ਜੀ ਜਿਹੜੇ ਸੱਚ ਨੂੰ ਜੇਕਰ ਪੁਰਸ਼ ਸੰਸਾਰ ਦੇ ਝੂਠ ਕਹਿਣ ਵੀ ਤੇ ਝੂਠ ਹੈ ਸੱਚ। ਪੁੰਜ ਲੱਗੈ ਅਗ ਪੁੰਨ ਪਲਾਈ, ਉਹਨੂੰ ਬਹੁਤ ਸਾਰੇ ਪਾਪ ਲੱਗ ਜਾਂਦੇ ਹੈ, ਪੁੰਨ ਉਹਦੇ ਭੱਜ ਜਾਂਦੇ ਹੈ। ਜਿਹੜਾ ਵੀ ਸੱਚ ਨੂੰ ਝੂਠ ਕਹੀ ਜਾਏ। ਦੋਹਰਾ ਸਭ ਆਗਮ ਸਭ ਮਤ ਜਿਤੇ, ਇਹ ਗੋਰਖਨਾਥ ਜੀ ਜਿੰਨੇ ਸਾਰੇ ਆ ਸ਼ਾਸਤਰ ਹੈ ਤੇ ਸਾਰੇ ਮਤ ਭੇਖ ਹਨ। ਭਾਖਤ ਸਭੈ ਪੁਰਾਣ, ਜਿਹੜੇ ਸਾਰੇ ਪੁਰਾਣ ਉਹ ਵੀ ਇਹੀ ਕਹਿੰਦੇ ਹੈ। ਸਾਚ ਸਮਾਨ ਨਾ ਪੁੰਨ ਕੋ, ਕਹਿੰਦੇ ਵੀ ਜਿਹੜਾ ਸੱਚ ਬੋਲਣਾ ਹੈ ਇਹਦੇ ਸਮਾਨ ਤੇ ਕੋਈ ਪੁੰਨ ਨਹੀਂ ਹੈ ਵੱਡਾ। ਪਾਪ ਨਾ ਝੂਠ ਸਮਾਨ, ਜਿਹੜਾ ਫਿਰ ਪਾਪ ਜਿਹੜਾ ਝੂਠ ਬੋਲਣਾ ਹੈ ਇਹਦੇ ਸਮਾਨ ਕੋਈ ਪਾਪ ਨਹੀਂ ਹੈ। ਸੱਚ ਬੋਲਣ ਦੇ ਸਮਾਨ ਕੋਈ ਪੁੰਨ ਨਹੀਂ ਹੈ, ਝੂਠ ਬੋਲਣ ਦੇ ਸਮਾਨ ਕੋਈ ਪਾਪ ਨਹੀਂ ਹੈ। ਕਹੋ ਕਵਿਤ ਕਹੋ ਨਹਿ ਕੈਸਾ, ਉਹ ਹੈ ਸੋ ਜੈਸਾ ਤੈਸਾ। ਕਹਿੰਦੇ ਆ ਵੀ ਗੋਰਖਨਾਥ ਜੀ ਮੈਂ ਗੁਰੂ ਨਾਨਕ ਸਾਹਿਬ ਨੂੰ ਇਹ ਨਹੀਂ ਕਹਿੰਦਾ ਵੀ ਉਹ ਕੈਸੇ ਹੈ, ਉਹ ਤੇ ਜੈਸੇ ਹੈ ਉਹ ਤੈਸੇ ਹੀ ਹੈ। ਉਹਨਾਂ ਦੀ ਉਪਮਾ ਉਹਨਾਂ ਨੂੰ ਬਣ ਆਉਂਦੀ ਹੈ ਕਿ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਜਬ ਆਗ ਆਵੈ ਗੋ ਨਿਕਟ, ਤਬ ਦੇਖ ਲੀਜੈ ਤਾਹੇ ਕੋ। ਜਦੋਂ ਤੁਹਾਡੇ ਕੋਲ ਆ ਜਾਣਗੇ ਗੋਰਖਨਾਥ ਜੀ, ਉਸ ਵੇਲੇ ਤੁਸੀਂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਆਪ ਹੀ ਦੇਖ ਲੈਣਾ। ਸ਼ੰਭੂਨਾਥ ਕ੍ਰੋਧ ਕਰ ਗੋਰਖ ਸੁਕਾ ਹੈ। ਉਸ ਵੇਲੇ ਮੰਗਲਨਾਥ ਦੇ ਬਚਨ ਸੁਣ ਕੇ ਸ਼ੰਭੂਨਾਥ ਬੜਾ ਗੁੱਸਾ ਜਿਹਾ ਕਰਕੇ ਗੋਰਖਨਾਥ ਨੂੰ ਕਹਿਣ ਲੱਗਾ, ਇਹ ਗੋਪ ਪੱਖ ਰਾਖਤ ਸੋ ਨਾਨਕ ਕੇ ਰਾਹ ਕੋ। ਕਹਿੰਦਾ ਵੀ ਇਹ ਤੇ ਜਿਹੜਾ ਨਾ ਗੁਪਤ ਗੁੱਜਾ ਹੀ ਗੁਰੂ ਨਾਨਕ ਤਪੇ ਦੇ ਰਾਹ ਨੂੰ ਇਹ ਉਹਦਾ ਹੀ ਪੱਖ ਰੱਖਦਾ ਹੈ, ਗੁੱਜਾ ਗੁਪਤ। ਗੁਰੂ ਨਾਨਕ ਸਾਹਿਬ ਦੇ ਜਿਹੜੇ ਮਾਰਗ ਨੂੰ ਰਾਹ ਨੂੰ ਇਹ ਮਹਾਨ ਸਮਝਦਾ। ਅੰਦਰ ਹੀ ਅੰਦਰ ਜਾਣਿਓ ਜੇ ਵਡੇਰੋ, ਅਬ ਚੇਲੇ ਜਾਏ ਹੋਵੇ ਤਾਂ ਕੋ। ਜੇ ਇਸ ਨੇ ਗੁਰੂ ਨਾਨਕ ਦੇ ਰਾਹ ਨੂੰ ਮਹਾਨ ਸਮਝਿਆ ਜਾਣਦਾ ਹੈ, ਵਡੇਰਾ ਜਾਣਿਆ ਵੱਡਾ ਜਾਣਦਾ ਹੈ, ਤੇ ਕਹਿੰਦੇ ਵੀ ਹੁਣੇ ਜਾ ਕੇ ਉਹਨਾਂ ਦਾ ਚੇਲਾ ਹੋ ਜਾਵੇ, ਗੁਰੂ ਨਾਨਕ ਸਾਹਿਬ ਦਾ ਬਣ ਜਾਵੇ ਸਿੱਖ ਸੇਵਕ ਜਾ ਕੇ। ਸਿੱਧ ਵੇਖ ਤਜੇ ਇਹਾਂ ਵਰਜਤ ਨਾਹਿ ਕੋ। ਇੱਥੇ ਨੂੰ ਕੋਈ ਨਹੀਂ ਜਿਹੜਾ ਵਰਜੇਗਾ ਰੁਕੇਗਾ, ਕੋਈ ਨਹੀਂ ਰੋਕਦਾ ਉਹਨੂੰ ਇੱਥੇ। ਇਹ ਕੱਪੜੇ ਜੇ ਲਾਹ ਕਰਕੇ ਸਿੱਧਾਂ ਵਾਲੇ ਤੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਭੇਖ ਉਹ ਧਾਰ ਲਵੇ, ਸਿੱਧਾਂ ਦੇ ਭੇਖ ਨੂੰ ਛੱਡਦੇ ਚਲਿਆ ਜਾਵੇ ਇੱਥੋਂ ਸਿੱਧਾਂ ਨੂੰ ਛੱਡ ਕੇ। ਹਾਂ ਤੇ ਦੇਖ ਲੀਨੋ ਜਾਏ ਭਲੀ ਵਿਦ ਬਾਦ ਕੀਨੋ।
ਬਾਕੀ ਵੀ ਮੈਂ ਤੇ ਜਾ ਕੇ ਦੇਖ ਲਿਆ ਗੁਰੂ ਨਾਨਕ ਨੂੰ ਚੰਗੀ ਤਰ੍ਹਾਂ, ਉਹਨਾਂ ਨਾਲ ਚਰਚਾ ਵੀ ਕੀਤੀ ਹੈ। ਚੀਨਿਓ ਹਮ ਜੈਸੇ ਕਹਿਓ ਤੈਸੇ ਭੇਦ ਵਾਹੇ ਕੋ, ਜਿਸ ਤਰ੍ਹਾਂ ਅਸੀਂ ਆ ਜਾਣਿਆ ਹੈ ਉਸੇ ਤਰ੍ਹਾਂ ਦਾ ਭੇਦ ਉਸ ਗੁਰੂ ਨਾਨਕ ਸਾਹਿਬ ਦਾ। ਇਹ ਗੋਰਖਨਾਥ ਜੀ ਮੈਂ ਤੇ ਕਹਿ ਦਿੱਤਾ ਤੁਹਾਨੂੰ, ਮੰਗਲ ਕਹਿਤ ਸੁਣ ਸ਼ੰਭੂਨਾਥ ਤੇਰੇ ਕਹੇ। ਉਸ ਵੇਲੇ ਸੁਣ ਕੇ ਮੰਗਲਨਾਥ ਕਹਿਣ ਲੱਗਾ, ਉਹ ਸ਼ੰਭੂਨਾਥਾ ਸੁਣ ਸਾਡਾ ਬਚਨ ਤੇਰੇ ਕਹਿਣ ਨਾਲ, ਹੋਤ ਨਹਿ ਘਾਟ ਪਾਨ ਉੱਲੂ ਜੇ ਵਜਾਨੀ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਘੱਟ ਨਹੀਂ ਹੋ ਜਾਣੇ ਹੈ। ਜਿਵੇਂ ਆ ਸੂਰਜ ਚੜ੍ਹੇ ਤੇ ਉੱਲੂ ਬਹੁਤ ਸੰਸਾਰ ਦੇ ਇਕੱਠੇ ਹੋ ਜਾਣ ਤੇ ਉਹ ਸੂਰਜ ਨੂੰ ਮਾੜਾ ਮਾੜਾ ਕਹੀ ਜਾਣ ਵੀ ਇਹ ਬਹੁਤ ਮਾੜਾ ਹੈ, ਸਾਨੂੰ ਅੰਨ੍ਹਿਆਂ ਕਰਕੇ ਰੱਖ ਦਿੰਦਾ। ਉੱਲੂਆਂ ਦੇ ਕਹਿਣ ਦੇ ਨਾਲ ਸੂਰਜ ਦਾ ਪ੍ਰਕਾਸ਼ ਘੱਟ ਨਹੀਂ ਹੁੰਦਾ ਹੈ, ਉਹਨੂੰ ਫਰਕ ਨਹੀਂ ਪੈਂਦਾ ਹੈ। ਇਸੇ ਤਰ੍ਹਾਂ ਸ਼ੰਭੂਨਾਥਾ ਤੇਰੇ ਵਰਗੇ ਜਿਹੜੇ ਉੱਲੂ ਇਕੱਠੇ ਹੋਏ ਉਹ ਕਿੰਨਾ ਵੀ ਗੁਰੂ ਨਾਨਕ ਸਾਹਿਬ ਜੋ ਸੂਰਜ ਸਮਾਨ ਨਿੰਦੀ ਭੰਡੀ ਜਾਣ, ਉਹ ਘੱਟ ਨਹੀਂ ਇਹਨਾਂ ਦੀ ਮਹਿਮਾ ਹੋਣ ਵਾਲੀ ਹੈ। ਜਾਣੀਏ ਜੋਗੀ ਜੋਗ ਨਾਹੀ ਹੋਏ ਭਲੋ ਤਾਂ ਕੋ ਬੁਰੇ ਭਖ ਹੈ। ਇਹ ਸ਼ੰਭੂਨਾਥਾ ਵੀ ਜੋਗੀ ਹੋ ਜਾਣਾ, ਸਿੱਧ ਹੋ ਜਾਣਾ, ਉਹ ਸਿੱਧ ਜੋਗੀ ਵਾਸਤੇ ਯੋਗ ਲਾਇਕ ਨਹੀਂ ਹੈ ਕਿ ਜੋ ਭਲਾ ਹੋਵੇ ਪੁਰਸ਼ ਤੇ ਉਸ ਨੂੰ ਬੁਰਾ ਮਾੜਾ ਮਾੜਾ ਆਖੀ ਜਾਏ। ਬੂਝੇ ਦੇਖ ਸਿੱਧਨ ਕੋ ਕੈਸੇ ਕਹਿ ਬਖਾਨੀਏ। ਬਾਕੀ ਵੀ ਤੂੰ ਸਿੱਧਾਂ ਨੂੰ ਪੁੱਛ ਕੇ ਦੇਖ, ਈਸ਼ਰਨਾਥ ਗਿਆ ਹੈ, ਲੰਗਰਨਾਥ ਗਿਆ, ਗੋਪੀ ਚੰਦ, ਪਰਥਰਨਾਥ, ਚਰਪਟਨਾਥ, ਇਹਨਾਂ ਸਿੱਧਾਂ ਨੂੰ ਪੁੱਛ ਕੇ ਦੇਖ ਵੀ ਉਹ ਕਿਸ ਤਰ੍ਹਾਂ ਕਹਿੰਦੇ ਆ ਗੁਰੂ ਨਾਨਕ ਦੇ ਸੰਬੰਧ ਵਿੱਚ। ਚੇਲੇ ਹੋਏ ਵਾਰ ਗੀਜੇ ਨਾਰ ਤਾਂ ਕਿ ਐਸੇ ਗੁਰੂ ਨਾਨਕ ਸਾਹਿਬ ਜੀ ਦੇ ਤੇ ਸਗੋਂ ਵਾਰ ਚੇਲੇ ਹੋਈਏ। ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜ ਹੈ ਉਹਨੂੰ ਗ੍ਰਹਿਣ ਕਰਨਾ ਚਾਹੀਏ। ਸੰਤ ਆਗੇ ਸੰਤ ਨੇ ਚੋਰ ਮਾਨੀਏ। ਤੈਨੂੰ ਤੇ ਪਤਾ ਹੀ ਨਹੀਂ ਹੈ ਕਿ ਸੰਤਾਂ ਦੇ ਅੱਗੇ ਸੰਤ ਨਿਭਦੇ ਆ ਤੇ ਚੋਰਾਂ ਦੀ ਚੋਰ ਮੰਨਦੇ ਆ। ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਨ, ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ। ਵੀ ਚੋਰਾਂ ਦੀ ਮੰਨਦੇ ਆ, ਸੰਤਾਂ ਦੀ ਸੰਤਾਂ ਨਾਲ ਦੋਸਤੀ, ਉਹ ਸੰਤਾਂ ਅੱਗੇ ਨਿਭਦੇ ਹਨ। ਹੋਏ ਜੋ ਹੰਕਾਰੀ ਮਨ ਨਿਵੇ ਨਾ ਬੇਕਾਰੀ ਕਬ। ਤੇਰੇ ਵਰਗਾ ਸ਼ੰਭੂਨਾਥਾ ਜੋ ਹੋਵੇ ਨਾ ਹੰਕਾਰੀ, ਉਹ ਮਨ ਦਾ ਵਿਕਾਰੀ ਹੁੰਦਾ, ਉਹ ਕਦੀ ਨਿਭਦਾ ਨਹੀਂ ਹੈ। ਉਹ ਮਹਾਨ ਸੰਤਾਂ ਮਹਾਂਪੁਰਸ਼ਾਂ ਅੱਗੇ ਸੁੱਕੇ ਰੁੱਖ ਦੀ ਨਿਆਈਆਂ ਸੁੱਕਾ ਹੀ ਆਕੜਿਆ ਰਹਿੰਦਾ ਹਵੇਂ ਆਕੜ ਖੋਰ। ਐਸੀ ਬਾਤ ਕੀਏ ਜੋਗ ਪੂਰ ਨਾ ਪਛਾਨੀਏ। ਐਸੀਆਂ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਨਾ ਸ਼ੰਭੂਨਾਥਾ, ਇਹਦੇ ਨਾਲ ਯੋਗ ਕੀਤਾ ਹੋਇਆ ਪੂਰਾ ਸਫਲ ਨਹੀਂ ਹੁੰਦਾ। ਪਛਾਣੀਏ ਕਵਿਤ ਸ਼ੰਭੂਨਾਥ ਲੱਜਤ ਹਵੈ ਸਿੱਧਨ ਸੋ ਬੂਝੇ ਤਬ। ਸ਼ੰਭੂਨਾਥ ਮੰਗਲਨਾਥ ਤੋਂ ਸੁਣ ਕਰਕੇ ਬੜਾ ਸ਼ਰਮਿੰਦਾ ਹੋਇਆ ਤੇ ਸਾਰੇ ਸਿੱਧਾਂ ਨੂੰ ਪੁੱਛਣ ਲੱਗਾ ਉਸ ਵੇਲੇ, ਕੈਸੀ ਬਿਦ ਦੇਖਾ ਤੁਮ ਸਭ ਹੀ ਬਤਾਈਏ। ਕਹਿੰਦਾ ਵੀ ਕਿਸ ਤਰ੍ਹਾਂ ਤੁਸਾਂ ਨੇ ਦੇਖਿਆ ਹੈ ਗੁਰੂ ਨਾਨਕ ਸਾਹਿਬ ਨੂੰ, ਸਾਰੇ ਵੀ ਤੁਸੀਂ ਵੀ ਦੱਸ ਦਈਏ। ਬਈ ਗੋਰਖ ਕਹਿਤ ਤੁਮ ਰਾਰ ਪਾਈ ਘਰ ਮਾਹੇ। ਉਸ ਵੇਲੇ ਗੋਰਖਨਾਥ ਕਹਿਣ ਲੱਗਾ, ਉਹ ਤੁਸੀਂ ਕੀ ਘਰ ਦੇ ਵਿੱਚ ਹੀ ਲੜਾਈ ਪਾਈ ਹੋਈ ਹੈ, ਘਰ ਦੇ ਵਿੱਚ ਝਗੜਾ ਪਾ ਲਿਆ ਤੁਸਾਂ ਨੇ। ਹਾਰ ਆਏ ਤਾਂ ਦੇ ਨਹਿ ਬਾਦ ਕੋ ਹਲਾਈਏ। ਵੇਖ ਲਓ ਉੱਥੋਂ ਗੁਰੂ ਨਾਨਕ ਸਾਹਿਬ ਤੋਂ ਤੁਸੀਂ ਹਾਰ ਆਏ ਹੋ ਤੇ ਇੱਥੇ ਆ ਕੇ ਝਗੜਾ ਕਰਦੇ ਹੋ। ਐਵੇਂ ਨਾ ਕੋਈ ਝਗੜੇ ਦਾ ਬਚਨ ਕਹੀਏ, ਝਗੜੇ ਦਾ ਬਚਨ ਨਾ ਕਹੀਏ। ਚੁੱਪ ਕਰੋ ਤੁਸੀਂ ਸਾਰੇ। ਕਾਹੂ ਕੀ ਸ਼ਰੀਕਤ ਨਾ ਕੀਜੇ ਮਨ ਮਾਨ ਧਾਰ। ਹੇ ਸਿੱਧੋ ਨਾਥੋ ਸ਼ੰਭੂਨਾਥਾ, ਮਨ ਵਿੱਚ ਮਾਨ ਜਾ ਧਾਰ ਕੇ ਐਵੇਂ ਕਿਸੇ ਨਾਲ ਸ਼ਰੀਕਾ ਨਾ ਕਰੀਏ, ਵੈਰ ਨਾ ਕਰੀਏ। ਤੋਤੇ ਲੱਗ ਹੋਏ ਜਾਏ ਤਾਹੇ ਕੋ ਹਟਾਈਏ। ਵੀ ਜੇ ਸ਼ੰਭੂਨਾਥ ਤੇਰੇ ਤੋਂ ਗੁਰੂ ਨਾਨਕ ਸਾਹਿਬ ਛੋਟੇ ਹੈ, ਨਿਊਣ ਹੈ, ਘੱਟ ਹੈ,
ਵੀ ਤੂੰ ਜਾ ਕੇ ਉਹਨਾਂ ਨੂੰ ਹਟਾਇਆ ਮੋੜਿਆ, ਉਹ ਤੇ ਇੱਧਰ ਆ ਹੀ ਰਹੇ ਐ। ਤੁਮ ਤੇ ਵਿਸਾਲ ਜੀ ਤੇ ਲੀਨੇ ਤਤਕਾਲ ਤਿੰਨ, ਤੁਹਾਡੇ ਤੋਂ ਗੁਰੂ ਨਾਨਕ ਸਾਹਿਬ ਵੱਡੇ ਆ, ਮਹਾਨ ਹੈ, ਤਾਂ ਹੀ ਤੇ ਉਹਨਾਂ ਨੇ ਤੁਹਾਨੂੰ ਜਿਹੜਾ ਛੇਤੀ ਨਾਲ ਹੀ ਚਿੱਤ ਲਿਆ ਹੈ। ਆਪ ਲੋ ਨਾ ਜਾਣੇ ਔਰ ਕੈਸੇ ਕਹਿ ਜਨਾਈਏ। ਉਹ ਸ਼ੰਭੂਨਾਥਾ ਹੁਣ ਤੱਕ ਤੂੰ ਜਾਣਿਆ ਹੀ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਕੈਸੇ ਹੈ, ਕਿਸ ਤਰ੍ਹਾਂ ਤੈਨੂੰ ਜਣਾਈਏ ਸਮਝਾਈਏ। ਕਵਿਤ ਸਿੱਧ ਸਾਧੂ ਹੂੰ ਕੋ ਬਾਤ ਐਸੀ ਕਰੀ ਚਾਹੀਏ। ਸਿੱਧਾਂ ਸਾਧਾਂ ਨੂੰ ਤੇ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹ ਕਰਨੀ ਚਾਹੀਦੀ ਹੈ। ਜੋ ਉੱਚੇ ਸਭ ਜਾਣੇ ਨੀਚ ਆਵ ਮਨ ਕੀਜੀਏ, ਕਿ ਆਪਣਾ ਜਿਹੜਾ ਮਨ ਹੈ ਨਾ ਉਹਨੂੰ ਨੀਵਾਂ ਕਰ ਲੈਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਆਪਣੇ ਤੋਂ ਉੱਚਾ ਹੀ ਜਾਣੇ। ਇਹ ਸਿੱਧਾਂ ਸਾਧਾਂ ਨੂੰ ਜਿਹੜੀ ਦਿੱਤੀ ਮਰਿਆਦਾ ਕਰਨੀ ਚਾਹੀਦੀ ਹੈ, ਇਹੋ ਜਿਹੀ ਗੱਲਬਾਤ ਕਰਨੀ ਚਾਹੀਦੀ ਵੀ ਸਾਰਿਆਂ ਨੂੰ ਆਪਣੇ ਤੋਂ ਉੱਚਾ ਜਾਣੇ, ਆਪਣਾ ਮਨ ਨੀਵਾਂ ਕਰਕੇ ਰੱਖੇ, ਆਪਣੇ ਆਪ ਨੂੰ ਨੀਵਾਂ ਹੀ ਸਮਝੇ। ਹਉ ਹੀ ਗਿਆਨੀ ਧਿਆਨੀ ਵੱਡ ਗੁਣੀ ਹਉ ਸੋ ਜਾਣੀ। ਐਵੇਂ ਨਾ ਆਪਣੇ ਕੋਲੋਂ ਹੀ ਮੀਆਂ ਮਿੱਠੂ ਹੋਈ ਜਾਵੇ ਕਿ ਮੈਂ ਹੀ ਗਿਆਨੀ ਹਾਂ ਵੱਡਾ, ਮੈਂ ਹੀ ਧਿਆਨ ਲਾਉਣ ਵਾਲਾ ਧਿਆਨੀ ਹਾਂ, ਮੈਂ ਹੀ ਵੱਡਿਆਂ ਗੁਣਾਂ ਵਾਲਾ ਗੁਣੀ ਹਾਂ, ਮੈਂ ਹੀ ਸੁਗੜ ਸੁਜਾਨੀ ਸਿਆਣਾ ਹਾਂ ਸਭ ਤੋਂ। ਜੋ ਐਸੇ ਮਨ ਮਾਨੀ ਸੋ ਤਿਆਗ ਮਤ ਦੀਜੀਐ। ਜਿਹੜੀ ਇਸ ਤਰ੍ਹਾਂ ਦੀ ਮਨ ਵਿੱਚ ਮੰਨੀ ਹੈ ਨਾ ਅਗਲ ਮਤ, ਇਹੋ ਜਿਹੀ ਅਗਲ ਮਤ ਨੂੰ ਛੱਡ ਦੇਣਾ ਚਾਹੀਦਾ ਸਾਨੂੰ। ਸੰਤ ਸਾਧ ਦੀਰਘ ਹੈ ਦੀਰਘ ਤੇ ਦੀਰਘ ਹੈ। ਜਿਹੜੇ ਸੰਤ ਹੈ ਸਾਧ ਉਹਦੇ ਵੱਡੇ ਹੁੰਦੇ ਹੈ, ਉਹਦੇ ਵੱਡਿਆਂ ਤੋਂ ਵੱਡੇ ਹੁੰਦੇ ਹੈ। ਮਨ ਕੋ ਬੇਦਾਰੀ ਸੋ ਨਿਰੰਜਨ ਲਿਹੀਜੀਐ। ਸ਼ੰਭੂਨਾਥਾ ਗੱਲ ਤੇ ਇਹ ਹੈ ਕਿ ਜਿਨ੍ਹਾਂ ਨੇ ਮਨ ਵਿੱਚੋਂ ਮਨ ਨੂੰ ਦੂਰ ਕੀਤਾ ਅਤੇ ਦੂਰ ਕਰਕੇ ਉਸ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਨੂੰ ਜਾਣਿਆ, ਉਹ ਪਰਮੇਸ਼ਰ ਦਾ ਹੀ ਰੂਪ ਹੋ ਗਏ। ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਸੁਨੇ ਪਾਰ ਗੁਣ ਨਹੀਂ ਕੀਜੇ ਮਤ ਸਾਰ ਮਨ। ਐਵੇਂ ਨਾ ਪਰਾਏ ਦੇ ਗੁਣ ਸੁਣ ਕੇ ਅਤੇ ਮਨ ਵਿੱਚ ਈਰਖਾ ਹੀ ਕਰੀ ਜਾਏ, ਮਨ ਵਿੱਚ ਈਰਖਾ ਨਹੀਂ ਕਰਨੀ ਚਾਹੀਦੀ, ਐਵੇਂ ਸੜਨਾ ਮੱਚਣਾ ਨਹੀਂ ਚਾਹੀਦਾ। ਤਾਂ ਕੋ ਜਸ ਅਗੁਨ ਮੈਂ ਤਨ ਤੇ ਫੁਕੀਜੀਐ। ਐਵੇਂ ਨਾ ਉਹਨਾਂ ਦੇ ਜਸ ਰੂਪ ਅਗਨੀ ਵਿੱਚ ਸ਼ੰਭੂਨਾਥਾ ਆਪਣੇ ਸਰੀਰ ਨੂੰ ਫੂਕੀਏ, ਸਾੜੀਏ, ਮਚਾਈਏ। ਸਵਈਆ ਹੋਏ ਗਿਓ ਤਬ ਗੋਰਖ ਤੂਸ਼ਣ। ਇਸ ਤਰ੍ਹਾਂ ਕਹਿ ਕਰਕੇ ਗੋਰਖਨਾਥ ਚੁੱਪ ਹੋ ਗਿਆ ਹੈ। ਬੈਨ ਸੁਨੇ ਸ਼ੰਭੂਨਾਥ ਲਜਾਵਾ। ਸ਼ੰਭੂਨਾਥ ਜਿਹੜਾ ਹੈ ਗੋਰਖਨਾਥ ਦੇ ਬਚਨ ਸੁਣ ਕੇ ਤੇ ਬੜਾ ਸ਼ਰਮਿੰਦਾ ਹੋਇਆ, ਸ਼ਰਮਸ਼ਾਰ ਹੋਇਆ ਹੈ। ਜੋ ਇਸ ਭਾਵਕ ਵਿਚਰਦੈ, ਹਿਰਦੇ ਵਿੱਚ ਜਿਹੜੀ ਕ੍ਰੋਧ ਰੂਪੀ ਅਗਨੀ ਹੈ। ਮਨ ਜਾਰਤ ਭਾਨਹਿ ਬੈਨ ਅਲਾਵਾ। ਮਨ ਨੂੰ ਐਵੇਂ ਸਾੜਨ ਲੱਗਾ ਹੈ, ਮੁੱਖੋਂ ਕੋਈ ਬਚਨ ਨਹੀਂ ਕਹਿ ਰਿਹਾ ਹੈ। ਸ਼ੰਭੂਨਾਥ ਮੰਗਲਨਾਥ ਵੱਡੋ ਬਿਕਸਾ ਤਬ। ਉਸ ਵੇਲੇ ਜਿਹੜਾ ਮੰਗਲਨਾਥ ਹੈ ਇਹਨੂੰ ਸੜਦਿਆਂ ਜਿਹਾ ਦੇਖ ਕੇ ਸ਼ੰਭੂਨਾਥ ਨੂੰ ਬੜਾ ਖੁਸ਼ ਹੋਇਆ, ਹੱਸਿਆ ਹੈ। ਭਾਨ ਉੱਗੇ ਜਿਵੇਂ ਕੰਜ ਸੁਹਾਵਾ। ਜਿਵੇਂ ਸੂਰਜ ਚੜ੍ਹੇ ਦੇ ਉੱਪਰ ਜਿਹੜਾ ਕਵਲ ਫੁੱਲ ਬੜਾ ਖਿੜਦਾ, ਸੋਭਨੀਕ ਹੁੰਦਾ ਹੈ, ਮੰਗਲਨਾਥ ਇਵੇਂ ਖਿੜਿਆ ਹੱਸਿਆ ਵੀ ਜਿਹੜਾ ਗੋਰਖਨਾਥ ਗੁਰੂ ਨੇ ਬਚਨ ਕਹੇ ਬਿਲਕੁਲ ਠੀਕ ਹੀ ਕਹੇ ਆ ਸ਼ੰਭੂਨਾਥ ਨੂੰ। ਸ੍ਰੀ ਗੁਰੂ ਨਾਨਕ ਭੇਦ ਜੇ ਜਾਣਤ। ਇੱਧਰ ਜਿਹੜੇ ਸਿੱਧਾਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦਾ ਭੇਦ ਜਾਣਦੇ ਸਨ, ਜੇ ਇੱਕ ਹੱਸੀ ਕਰ ਹੈ ਮੁਸਕਾਵਾ, ਉਹ ਇੱਧਰ ਦੇਖ ਕਰਕੇ ਵੀ ਬੜਾ ਸੜ ਮੱਚ ਰਿਹਾ, ਔਖਾ ਹੋ ਰਿਹਾ। ਸ਼ੰਭੂਨਾਥ ਦੇਖ ਕਰਕੇ ਹਾਸੀ ਜੀ ਕੀਤੀ, ਮੁਸਕਰਾਉਂਦੇ ਥੋੜ੍ਹਾ ਥੋੜ੍ਹਾ ਹੱਸਦੇ ਆਪੋ ਵਿੱਚ। ਕਵਿਤ ਗੋਪੀ ਚੰਦ ਭਾਕੇ ਸੁਨੋ ਮੰਗਲ ਮਹਾਨ ਜੋਗੀ। ਗੋਪੀ ਚੰਦ ਕਹਿਣ ਲੱਗਾ ਵੀ ਹੇ ਮੰਗਲਨਾਥ ਮਹਾਨ ਜੋਗੀ, ਸਿੱਧ ਸਾਡਾ ਬਚਨ ਸੁਣੋ। ਸਿੱਧ ਸਾਧੂ ਹੂੰ ਕੋ ਐਸੀ ਰੀਤ ਨਹੀਂ ਚਾਹੀਏ। ਜਿਹੜੇ ਸਿੱਧ ਹੁੰਦੇ ਹੈ, ਸਾਧ ਹੁੰਦੇ ਹੈ,
ਉਹਨਾਂ ਨੂੰ ਵੀ ਐਸੀ ਰੀਤੀ ਮਰਿਆਦਾ ਨਹੀਂ ਕਰਨੀ ਚਾਹੀਏ। संत जो अतीतता को ताकि निंदा को बखान करे। भी ਜਿਹੜਾ ਕੋਈ ਸੰਤ ਅਤੀਤ ਬਰਕਤੀ ਤਿਆਗੀ ਹੋਏ ਤੇ ਐਵੇਂ ਉਸ ਦੀ ਬਿਨਾਂ ਵਜ੍ਹਾ ਹੀ ਜਿਹੜੀ ਹੈ ਨਿੰਦਾ ਹੀ ਕਥਨ ਕਰੀ ਜਾਵੇ, ਨਿੰਦੀ ਭੰਡੀ ਜਾਵੇ, ਉਹ ਅਤੀਤ ਬਰਾਗੀ ਤਿਆਗੀ ਸੰਤ ਨੂੰ ਲੈ ਕੇ ਅਨਮੋਲੇ ਪਾਪ ਸੀਸ ਨਾ ਚੜਾਈਏ। ਬਿਨਾਂ ਮੁੱਲ ਤੋਂ ਹੀ ਲੈ ਕੇ ਜਿਹੜੇ ਪਾਪ ਸੀਸ ਨਹੀਂ ਚੜਾਉਣੇ ਚਾਹੀਦੇ, ਸਿਰ 'ਤੇ ਨਹੀਂ ਚੜਾਉਣੇ ਚਾਹੀਦੇ। ਚਰਚਾ ਜੇ ਕੀਜੇ ਕ੍ਰੋਧ ਰਿਦੇ ਤੇ ਨਿਵਾਰ ਦੀਜੈ। ਸਗੋਂ ਸਿੱਧਾਂ ਸਾਧਾਂ ਨਾਲ ਜੇ ਚਰਚਾ ਕਰਨੀ ਹੈ, ਜੇ ਚਰਚਾ ਕਰੀਏ ਤਾਂ ਜਿਹੜਾ ਹਿਰਦੇ ਵਿੱਚ ਕੋਈ ਕ੍ਰੋਧ ਈਰਖਾ ਹੈ ਉਹਨੂੰ ਤਾਂ ਬਿਲਕੁਲ ਹੀ ਦੂਰ ਕਰ ਦਈਏ, ਨਾਸ ਹੀ ਕਰ ਦਈਏ। ਸ਼ੁਭ ਵਾਕ ਸੁਣੇ ਸ਼ੁਭ ਤਾਹੇ ਕੋ ਸੁਣਾਈਏ। ਉਹਨਾਂ ਸੰਤਾਂ ਦੇ ਤੇ ਤਾਹੇ ਕੋ ਪਾਓ, ਉਹਨਾਂ ਸੰਤਾਂ ਨੂੰ ਚੰਗੇ ਵਾਕ ਹੀ ਜਿਹੜਾ ਕਹੇ, ਚੰਗੇ ਵਾਕ ਹੀ ਉਹਨਾਂ ਦੇ ਸੁਣੇ ਅਤੇ ਚੰਗੇ ਵਾਕ ਹੀ ਉਹਨਾਂ ਨੂੰ ਸੁਣਾਈਏ। ਆਵੇਂ ਹਾਰ ਹਾਰ ਕਰੇ ਨਿੰਦਾ ਕੋ ਉਚਾਰ। ਵੇਖੜਾ ਮੰਗਲ ਨਾਥਾ ਇਹ ਸਿੱਧ ਹਾਰ ਹਾਰ ਕੇ ਆ ਰਹੇ। ਫਿਰ ਆ ਕੇ ਮੁੱਖੋਂ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਉਚਾਰਨ ਕਰਦੇ ਹੈ, ਨਿੰਦਿਆ ਹੀ ਕਰ ਰਹੇ। ਫਿਰ ਵੀ ਹਾਰ ਕੇ ਵੀ ਪੁਨ ਲਾਜ਼ਮਿਨ ਜੀਵਨ ਨਿਜ ਜੋਗ ਕੋ ਲਜਾਈਐ। ਇਹ ਤੇ ਪੁਨः ਆਪ ਤੇ ਸ਼ਰਮ ਤੋਂ ਬਿਨਾਂ ਜੀਂਦੇ ਹੀ ਹੈ, ਆਪਣੇ ਜੋਗ ਨੂੰ ਵੀ ਸ਼ਰਮਸ਼ਾਰ ਕਰਦੇ, ਜੋਗ ਨੂੰ ਵੀ ਇਹਨਾਂ ਲਾਜ ਹੀ ਲਾਈ ਹੋਈ ਹੈ। ਸਵਈਆ ਮੰਗਲ ਨਾਥ ਕਹਿ ਸਤ ਭਾਖਤ। ਮੰਗਲ ਨਾਥ ਕਹਿਣ ਲੱਗਾ ਵੀ हे ਗੋਪੀ ਚੰਦ ਤੂੰ ਸੱਚ ਹੀ ਕਹਿੰਦਾ ਹੈ। ਐਸੇ ਕਰੇ ਸਿੱਧ ਸਾਧਕ ਜੋਈ। ਜਿਹੜਾ ਵੀ ਸਿੱਧ ਸਾਧਕ ਇਸ ਤਰ੍ਹਾਂ ਕਰੇਗਾ ਜਿਵੇਂ ਤੂੰ ਕਿਹਾ ਸੱਚ ਹੋਏ। ਨਿਰੰਜਨ ਕੀ ਕਰਨਾ ਤਬ। ਉਸ ਵੇਲੇ ਜੋ ਸ਼ੁੱਧ ਸਰੂਪ ਮਾਇਆ ਦੀ ਕਾਲਖ ਤੋਂ ਰਹਿਤ ਨਿਰੰਜਨ, ਉਹਦੀ ਕਿਰਪਾ ਹੋ ਜਾਏਗੀ। ਪਾਵਤ ਜਾਗਤ ਔਰ ਨਾ ਕਾਈ। ਜਿਸ 'ਤੇ ਕਿਰਪਾ ਹੋ ਜਾਏ ਉਹੀਓ ਇਸ ਅਵਸਥਾ ਨੂੰ ਪਾਉਂਦਾ ਹੈ, ਹੋਰ ਕੋਈ ਨਹੀਂ ਪਾ ਸਕਦਾ। ਸ਼ੰਭੂ ਨਾਥ ਵਰਗਾ ਆਕੜਿਆ ਮਾਨ ਰਹਿ ਮਨ ਮਾਨ ਕਨਹੂੰ। ਜਿਹੜਾ ਕੋਈ ਆਪਣੇ ਮਨ ਵਿੱਚ ਹੀ ਮਨ ਰਹੇ, ਬਹੁਤਾ ਮਾਨੀ ਹੰਕਾਰੀ ਹੋਵੇ। ਨ ਜਾਣਤ ਆਨ ਸਮਾਨ ਜੇ ਹੋਈ। ਅਤੇ ਹੋਰਨਾਂ ਨੂੰ ਜਿਹੜਾ ਆਪਣੇ ਸਮਾਨ ਹੀ ਨਾ ਜਾਣੇ ਵੀ ਹੋਰ ਕੋਈ ਹੈ ਹੀ ਨਹੀਂ ਮੇਰੇ ਸਮਾਨ। ਮਨ ਵਿੱਚ ਮਨ ਰਹੇ ਆਪਣੇ ਜੀ, ਕਿਸੇ ਨੂੰ ਕੁਝ ਸਮਝੇ ਹੀ ਨਾ, ਬਹੁਤਾ ਮਾਨੀ ਹੋਵੇ, ਹੋਰਨਾਂ ਨੂੰ ਆਪਣੇ ਸਮਾਨ ਹੀ ਨਾ ਜਾਣੇ। ਜਿਹੜਾ ਯੋਗ ਤੇ ਹੀਨ ਰਹਿ ਨਰ ਤੇ, ਉਹ ਜਿਹੜੇ ਐਸੇ ਪੁਰਸ਼ ਅਸਲ ਯੋਗ ਤੋਂ ਬਿਨਾਂ ਹੀ ਰਹਿੰਦੇ ਹਨ। ਮਹਿਮਾ ਹੈ ਮਾਨ ਹੈ ਸੰਤਨ ਸੋਈ। ਉਹ ਸੰਤਾਂ ਦੀ ਜਿਹੜੀ ਮਹਿਮਾ ਹੈ ਨਾ, ਉਹ ਨਹੀਂ ਮਨ ਵਿੱਚ ਮੰਨਦੇ, ਜਿਹਦੇ ਕਰਕੇ ਉਹ ਅਸਲ ਯੋਗ ਤੋਂ ਬਿਨਾਂ ਹੀ ਰਹਿੰਦੇ ਪੁਰਸ਼ ਖਾਲੀ ਦੇ ਖਾਲੀ ਰਹਿ ਜਾਂਦੇ ਹੈ। ਦੋਹਰਾ ਇਸ ਵਿਧ ਕਰਤ ਸੁਮੇਰ ਪਰ। ਇਸ ਤਰ੍ਹਾਂ ਸੁਮੇਰ ਪਰਬਤ ਉੱਪਰ ਕਰਦੇ ਆਪੋ ਵਿੱਚ ਸਰਬ ਸਿੱਧ ਮਿਲ ਬਾਦ। ਸਾਰੇ ਸਿੱਧ ਮਿਲ ਕੇ ਵਿਚਾਰ ਵਟਾਂਦਰਾ ਚਰਚਾ ਕਰ ਰਹੇ ਹੈ। ਇਸ ਤਰ੍ਹਾਂ ਸੁਮੇਰ ਪਰਬਤ ਦੇ ਉੱਪਰ ਭਇਓ ਧਿਆਏ ਪੂਰਨ ਬਹਿ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇੱਥੇ ਹੁਣ ਇਹ ਅਧਿਆਏ ਜਿਹੜਾ ਸੰਪੂਰਨ ਹੋ ਗਿਆ ਹੈ। ਸ੍ਰੀ ਸਤਿਗੁਰ ਪ੍ਰਸਾਦ। ਸ਼੍ਰੋਮਣੀ ਸਤਿਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਇੱਥੇ ਜਿਹੜਾ ਇਹ ਅਧਿਆਏ ਸੰਪੂਰਨ ਹੋ ਗਿਆ ਹੈ। ਏਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੀ ਪੂਰਬਾਰ ਦੇ ਸਿੱਧਨ ਚਰਚਾ ਪ੍ਰਸੰਗ ਵਰਣਨ ਨਾਮ 62ਵਾਂ ਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪਹਿਲੇ ਅੱਧੇ ਹਿੱਸੇ ਦਾ ਜਿਹੜਾ 62ਵਾਂ ਅਧਿਆਏ ਉਹ ਸਮਾਪਤ ਹੋ ਗਿਆ ਹੈ, ਜਿਹਦੇ ਵਿੱਚ ਸਿੱਧਾਂ ਨਾਲ ਚਰਚਾ ਹੋ ਰਹੀ ਹੈ ਸਤਿਗੁਰੂ ਜੀ ਦੀ। ਦੋਹਰਾ ਚਿਰੰਕਾਲ ਤਰ ਮਨ ਸ਼ੁਸ਼ਕ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ
ਅੱਗੇ ਨਵੇਂ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਹਾਨ ਪਵਿੱਤਰ ਚਰਨ ਹੈ, ਉਹਨਾਂ ਚਰਨਾਂ ਦੀ ਮਹਿਮਾ ਦਾ ਮੰਗਲ ਕਰ ਰਹੇ ਹੈ। ਕਹਿੰਦੇ ਹੈ ਵੀ ਚਰਨ ਕਾਲ ਤਰ ਮਨ ਸ਼ੁਸ਼ਕ, ਮੇਰਾ ਜਿਹੜਾ ਮਨ ਹੈ ਉਹ ਇੱਕ ਸੁੱਕੇ ਰੁੱਖ ਦੀ ਨਿਆਈ ਹੈ। ਜਿਵੇਂ ਬਹੁਤ ਸਮੇਂ ਤੋਂ ਰੁੱਖ ਹੈ ਸੁੱਕਾ ਪਿਆ ਕੁਮਲਾ ਰਿਹਾ ਹੋਵੇ, ਐਸਾ ਜਿਹੜਾ ਮੇਰਾ ਮਨ ਸੁੱਕੇ ਰੁੱਖ ਦੀ ਨਿਆਈ ਖੁਸ਼ਕ ਹੋਇਆ ਪਿਆ ਸੀ, ਨਿਸ਼ਰਦਕ ਹੋਇਆ ਪਿਆ ਸੀ, ਬੇਮੁਖ ਹੋਇਆ ਸੀ। ਸ੍ਰੀ ਗੁਰ ਭਗ ਜਲ ਪ੍ਰੇਮ, ਸ਼੍ਰੋਮਣੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨਾਂ ਦਾ ਪ੍ਰੇਮ ਹੈ, ਇਹ ਬਹੁਤ ਉੱਤਮ ਜਲ ਹੈ। ਸੀਂਚ ਭਲੇ ਕਰਕੇ ਹਰਿਓ, ਆਪਣੇ ਸੁੱਕੇ ਮਨ ਰੂਪੀ ਰੁੱਖ ਨੂੰ, ਜਿਹੜਾ ਮੇਰਾ ਕਹਿੰਦੇ ਮਨ ਹੈ ਸੁੱਕੇ ਰੁੱਖ ਦੀ ਨਿਆਈ ਕੁਮਲਾ ਰਿਹਾ ਹੈ, ਐਸੇ ਮਨ ਸੁੱਕੇ ਰੁੱਖ ਨੂੰ ਸ੍ਰੀ ਗੁਰੂ ਚਰਨਾਂ ਦਾ ਜਿਹੜਾ ਪ੍ਰੇਮ ਹੈ, ਇਹ ਉੱਤਮ ਜਲ ਚੰਗੀ ਤਰ੍ਹਾਂ ਸਿੰਚ ਕਰਕੇ ਪਾ ਕਰਕੇ ਆਪਣੇ ਮਨ ਨੂੰ ਹਰਿਆ ਭਰਿਆ ਕਰਕੇ ਕਹੋ ਕਥਾ ਦੇ ਖੇਮ। ਕਹਿੰਦੇ ਆ ਵੀ ਮੈਂ ਜਿਹੜੀ ਖੇਮ ਕਲਿਆਣ ਮੁਕਤੀ ਦੇਣ ਵਾਲੀ ਕਥਾ ਪੀਂਦਾ ਹਾਂ, ਜਾਂ ਖੇਮ ਜੋ ਨਹੀਂ ਪ੍ਰਾਪਤ ਹੋਇਆ ਉਸ ਨੂੰ ਪ੍ਰਾਪਤ ਕਰਾਉਣ ਵਾਲੀ ਹੈ ਕਥਾ। ਜਿਹੜਾ ਪ੍ਰਾਪਤ ਹੋ ਗਿਆ ਹੈ ਉਸ ਦੀ ਰੱਖਿਆ ਕਰਨ ਵਾਲੀ ਹੈ ਕਿ ਉਹ ਹਮੇਸ਼ਾ ਹੀ ਪ੍ਰਾਪਤ ਹੋਇਆ ਰਹੇ, ਉਸ ਨੂੰ ਖੇਮ ਕਹਿੰਦੇ ਹੈ। ਕਿਉਂਕਿ ਕਲਿਆਣ ਦੇਣ ਵਾਲੀ ਕਥਾ ਕਹਿੰਦਾ ਹਾਂ, ਅਤੇ ਜਾਂ ਖੇਮ ਦਾ ਅਰਥ ਇਵੇਂ ਵੀ ਜੋ ਨਹੀਂ ਪ੍ਰਾਪਤ ਹੋਇਆ ਉਸ ਨੂੰ ਪ੍ਰਾਪਤ ਕਰਾਉਣ ਵਾਲੀ ਹੈ ਇਹ ਕਥਾ। ਅਤੇ ਜਿਹੜਾ ਫਿਰ ਪ੍ਰਾਪਤ ਹੋਇਆ ਉਸ ਦੀ ਰੱਖਿਆ ਕਰਨ ਵਾਲੀ ਹੈ ਕਥਾ, ਕਿ ਉਹ ਹਮੇਸ਼ਾ ਹੀ ਪ੍ਰਾਪਤ ਹੋਇਆ ਰਹੇ। ਕਿਉਂਕਿ ਕਈ ਵਾਰ ਵਸਤੂ ਪ੍ਰਾਪਤ ਤਾਂ ਹੋ ਜਾਂਦੀ ਹੈ, ਫਿਰ ਕੁਝ ਸਮੇਂ ਤੋਂ ਬਾਅਦ ਉਹ ਵਾਪਸ ਪਰਤ ਜਾਂਦੀ ਹੈ, ਵਿਛੜ ਜਾਂਦੀ ਹੈ। ਜੇ ਅਵਸਥਾ ਕਿਸੇ ਵੇਲੇ ਪ੍ਰਾਪਤ ਹੋ ਜਾਂਦੀਆਂ ਉਹ ਚਲ ਜਾਂਦੀਆਂ, ਮੁੜ ਕੇ ਅਸੀਂ ਬਾਅਦ ਵਿੱਚ ਕਹਿੰਦੇ ਹਾਂ ਵੀ ਉਹ ਜਿਹੜੀ ਅਵਸਥਾ ਆਈ ਸੀ ਉਹ ਨਹੀਂ ਆ ਰਹੀ, ਉਹ ਨਹੀਂ ਲੱਗਦੀ ਮਿਲਣੀ ਹੁਣ। ਇਵੇਂ ਜਿਹੜੀ ਕੋਈ ਵਸਤੂ ਪ੍ਰਾਪਤ ਹੋ ਜਾਂਦੀ ਹੈ, ਫਿਰ ਕੁਝ ਸਮੇਂ ਬਾਅਦ ਉਹ ਵਾਪਸ ਪਰਤ ਜਾਂਦੀ, ਵਿਛੜ ਜਾਂਦੀ ਹੈ। ਅਤੇ ਵੀ ਉਹ ਕਥਾ ਮੈਂ ਕਹਿੰਦਾ ਹਾਂ ਜਿਹੜੀ ਖੇਮ ਦੇਣ ਵਾਲੀ ਹੈ। ਹੁਣ ਉਹ ਪਰਮੇਸ਼ਰ ਦੀ ਜਿਹੜੀ ਹੈ ਪ੍ਰਾਪਤੀ ਉਹ ਨਹੀਂ ਹੋਈ ਹੈ ਸਾਨੂੰ, ਅਤੇ ਉਸ ਨੂੰ ਪ੍ਰਾਪਤ ਕਰਾਉਣ ਵਾਲੀ ਕਥਾ ਇਹ। ਅਤੇ ਜਦੋਂ ਪਰਮੇਸ਼ਰ ਪ੍ਰਾਪਤ ਹੋ ਜਾਏ ਫਿਰ ਕਹਿੰਦੇ ਆ ਵੀ ਉਹ ਹਮੇਸ਼ਾ ਹੀ ਪ੍ਰਾਪਤ ਹੋਇਆ ਰਹੇ। ਪਰਮੇਸ਼ਰ ਮਿਲਿਆ ਰਹੇ ਹਮੇਸ਼ਾ ਹੀ। ਉਹ ਇਸ ਤਰ੍ਹਾਂ ਜਿਹੜੀ ਕੋਈ ਪ੍ਰਾਪਤੀ ਦੀ ਪ੍ਰਾਪਤੀ ਕਰਾਵੇ, ਫਿਰ ਪ੍ਰਾਪਤੀ ਦੀ ਰੱਖਿਆ ਕਰੇ, ਉਸ ਨੂੰ ਖੇਮ ਕਹਿੰਦੇ ਹੈ। ਖੇਮ ਦੇ ਜਿਹੜੇ ਲੱਛਣ ਹੈ ਦੱਸੇ ਹੋਏ, ਯਾਨੀ ਜਿਹੜੀਆਂ ਗਿਆਨ ਦੀਆਂ ਜਿਹੜੀਆਂ ਹੈ ਨਾ ਕੋਈ ਧਾਰਮਿਕ ਪੁਸਤਕਾਂ, ਉਹਦੇ ਵਿੱਚ ਜੇ ਕੋਈ ਸਾਨੂੰ ਪੁੱਛ ਲਵੇ ਵੀ ਖੇਮ ਕਿਸ ਨੂੰ ਕਹਿੰਦੇ ਆ, ਅਤੇ ਉਹਦੀ ਆਪ ਪਰਿਭਾਸ਼ਾ ਕਹਿਣੀ ਹੈ ਵੀ ਜਿਹੜੀ ਪ੍ਰਾਪਤੀ ਦੀ ਪ੍ਰਾਪਤੀ ਕਰਾਵੇ, ਫਿਰ ਪ੍ਰਾਪਤ ਕੀਤੀ ਹੋਈ ਦੀ ਜਿਹੜੀ ਹੈ ਫਿਰ ਰੱਖਿਆ ਕਰੇ, ਉਸ ਨੂੰ ਕਹੀਏ ਖੇਮ। ਜਿਵੇਂ ਸੁਖਮਨੀ ਸਾਹਿਬ ਦੇ ਬਚਨ ਆਉਂਦੇ ਖੇਮ ਸ਼ਾਂਤ ਰਿੱਧ ਨਾਮ ਨਿੱਧ, ਅਤੇ ਉਹਦੇ ਵਿੱਚ ਯਥਾਰਥ ਹੀ ਇਹ ਖੇਮ ਦੇ ਮਾਇਨੇ ਆ ਕਿ ਇਹਨੂੰ ਖੇਮ ਕਿਹਾ ਜਾਂਦਾ ਹੈ। ਹੁਣ ਜਿਹੜਾ ਬ੍ਰਹਮ ਪਰਮੇਸ਼ਰ ਸਰੂਪ ਵਾਹਿਗੁਰੂ ਹੈ, ਉਹਦੀ ਪ੍ਰਾਪਤੀ ਸਾਨੂੰ ਹੋਈ ਕੋਈ ਨਹੀਂ ਹੈ। ਉਸ ਨੂੰ ਉਹਦੀ ਪ੍ਰਾਪਤੀ ਕਰਵਾਉਣੀ, ਫਿਰ ਜਦੋਂ ਪ੍ਰਾਪਤ ਹੋ ਜਾਣਾ ਉਹ ਵੀ ਇੱਕ ਖੇਮ ਹੈ। ਇਸੇ ਤਰ੍ਹਾਂ ਜਿਹੜਾ ਪ੍ਰਾਪਤ ਹੋਇਆ ਹੈ ਉਹ ਪ੍ਰਾਪਤ ਹੋਇਆ ਰਹੇ ਹਮੇਸ਼ਾ ਹੀ ਸਦਾ, ਉਹਦੀ ਰੱਖਿਆ ਕਰਨ ਵਾਲੀ ਇਹ ਵੀ ਖੇਮ ਹੀ ਹੈ।
ਖੇਮ ਕਿਹਨੂੰ ਕਿਹਾ ਜਾਂਦਾ? ਸੌਖੇ ਢੰਗ ਨਾਲ ਵੀ ਜਿਹੜੀ ਕੋਈ ਚੀਜ਼ ਵਸਤੂ ਪ੍ਰਾਪਤ ਨਹੀਂ ਹੈ ਉਸ ਨੂੰ ਪ੍ਰਾਪਤ ਕਰਾਉਣ ਵਾਲੀ ਖੇਮ ਹੈ। ਅਤੇ ਇਹ ਖੇਮ ਫਿਰ ਦੂਸਰਾ ਜਿਹੜਾ ਕੋਈ ਪ੍ਰਾਪਤ ਹੋ ਗਿਆ ਹੈ ਉਹਦੀ ਰੱਖਿਆ ਰਹੇ, ਉਹਦੀ ਰੱਖਿਆ ਕਰਨ ਵਾਲੀ ਵੀ ਸਦਾ ਹੀ ਉਹ ਪ੍ਰਾਪਤੀ ਰਹੇ, ਕਦੀ ਜਾਏ ਹੀ ਨਾ, ਉਸ ਨੂੰ ਖੇਮ ਕਿਹਾ ਜਾਂਦਾ ਹੈ। ਇਸ ਕਰਕੇ ਕਹਿੰਦੇ ਹਨ ਕਿ ਐਸੀ ਜਿਹੜੀ ਮਹਾਰਾਜ ਜੀ ਦੀ ਕਥਾ ਹੈ ਨਾ, ਆਹ ਪ੍ਰਾਪਤੀ ਦੀ ਪ੍ਰਾਪਤੀ ਕਰਾਉਣ ਵਾਲੀ ਅਤੇ ਪ੍ਰਾਪਤੀ ਦੀ ਰੱਖਿਆ ਕਰਨ ਵਾਲੀ ਖੇਮ ਹੈ ਜੋ ਐਸੀ ਕਥਾ, ਉਹ ਐਸੀ ਸਤਿਗੁਰ ਜੀ ਦੀ ਖੇਮ ਰੂਪ ਕਥਾ ਮੈਂ ਕਵੀ ਕਹਿੰਦਾ ਹਾਂ। ਸਿੱਧਾ ਜਿਹਦਾ ਅਰਥ ਹੈ ਕਿ ਖੇਮ ਦਾ ਸੁੱਖ ਦੇਣ ਵਾਲੀ, ਮੰਗਲ ਦੇਣ ਵਾਲੀ, ਖੁਸ਼ੀਆਂ ਦੇਣ ਵਾਲੀ, ਖੇਮ ਕਲਿਆਣ ਦੇਣ ਵਾਲੀ, ਖੇਮ ਮੁਕਤੀ ਦੇਣ ਵਾਲੀ। ਇੱਥੇ ਡਾਕਟਰ ਵੀਰ ਸਿੰਘ ਦੇ ਮੁਤਾਬਕ ਕਿ ਜੋ ਖੇਮ ਦੇਣਹਾਰੀ ਹੈ ਜਾਂ ਕੁਸ਼ਲਤਾ ਦੀ ਦਾਤੀ ਵਿਦਵਾਨਾਂ ਨੇ ਅਰਥ ਕੀਤਾ, ਜਾਂ ਸੁੱਖਾਂ ਦੀ ਦਾਤੀ, ਸੁੱਖਾਂ ਦੀ ਦਾਤੀ ਕਹਿ ਲਓ, ਕੁਸ਼ਲਤਾ ਦੀ ਦਾਤੀ ਕਹਿ ਲਓ, ਇੱਕ ਹੀ ਗੱਲ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਐਸੀ ਜੋ ਖੇਮ ਦੇਣ ਵਾਲੀ, ਰਾਜੀ ਖੁਸ਼ੀ ਦੇਣ ਵਾਲੀ ਕਥਾ ਮੈਂ ਕਹਿੰਦਾ ਹਾਂ। ਸ੍ਰੀ ਬਾਲਾ ਸੰਧੁਰ ਵਾਚ ਅੜਿਲ ਤਬ ਗੋਰਖ ਨੇ ਬੋਲ ਭਰਤਰੀ ਸੋ ਕਹੀਂ। ਉਸ ਵੇਲੇ ਗੋਰਖਨਾਥ ਨੇ ਭਰਤਰੀ ਨੂੰ ਜਿਹੜਾ ਬੋਲ ਕੇ ਸੱਦ ਕੇ ਅਤੇ ਭਰਤਰੀ ਨਾਲ ਇਸ ਤਰ੍ਹਾਂ ਦੀ ਗੱਲਬਾਤ ਕਹੀ। ਜਾਵੋ ਤੁਮ ਅਬ ਤਹਾਂ ਆਨ ਇਹ ਠਾਸ ਹੀ। ਇਹ ਭਰਤਰੀ ਨਾਥ ਹੁਣ ਨਿਸ਼ਚੇ ਰੂਪ ਹੀ ਨਿਸ਼ਚੇ ਕਰਕੇ ਤੂੰ ਵੀ ਉਸ ਥਾਂ ਚਲਿਆ ਜਾ ਜਿੱਥੇ ਗੁਰੂ ਨਾਨਕ ਸਾਹਿਬ ਤਪਾ ਜੀ ਹਨ, ਅਤੇ ਉਹਨਾਂ ਨੂੰ ਇਸ ਥਾਂ ਸੁਮੇਰ ਪਰਬਤ 'ਤੇ ਲੈ ਕੇ ਆ। ਸਰਬ ਸਿੱਧ ਸੋ ਮਿਲੈ ਜਬੈ ਚਲ ਆਏ ਹੈ। ਜਦੋਂ ਇੱਥੇ ਸੁਮੇਰ ਪਰਬਤ 'ਤੇ ਚੱਲ ਕੇ ਆ ਜਾਣਗੇ ਅਤੇ ਆਪੇ ਸਾਰੇ ਸਿੱਧਾਂ ਨੂੰ ਮਿਲ ਜੋ ਲੈਣਗੇ। ਹੋ ਲਹੇ ਦਰਸ ਕੋ ਦੇਹ ਭਲੇ ਸੁਖ ਪਾਏ ਹੈ। ਅਤੇ ਜਿਹੜਾ ਉਹ ਆਪਣਾ ਦਰਸ਼ਨ ਦੇਣਗੇ ਸਭ ਨੂੰ, ਆਪ ਵੀ ਸਿੱਧਾਂ ਨਾਥਾਂ ਦੇ ਦਰਸ਼ਨ ਲੈ ਲੈਣਗੇ, ਪ੍ਰਾਪਤ ਕਰ ਲੈਣਗੇ, ਅਤੇ ਜਿਹੜਾ ਚੰਗੀ ਤਰ੍ਹਾਂ ਸਾਰੇ ਮਿਲ ਜੁਲ ਕੇ ਸੁਖ ਪਾਉਣਗੇ। ਕਹਿਤ ਭਰਤਰੀ ਬੈਨ ਮਿਲਿਓ ਜਬ ਆਦਹੀ। ਭਰਤਰੀ ਨਾਥ ਕਹਿਣ ਲੱਗਾ ਬਚਨ ਕਿ ਗੋਰਖਨਾਥ ਗੁਰੂ ਜੀ, ਪਹਿਲਾਂ ਹੀ ਜਦੋਂ ਮੈਂ ਮਿਲਿਆ ਸੀ ਗੁਰੂ ਨਾਨਕ ਸਾਹਿਬ ਨੂੰ, ਸੁਣਿਓ ਤਬੈ ਸ਼ੁਭ ਤਤ ਭਇਓ ਅਹਿਲਾਦ ਹੀ। ਅਤੇ ਉਹਨਾਂ ਪਾਸੋਂ ਉਸ ਵੇਲੇ ਮੈਂ ਜਿਹੜੇ ਸ਼ੁਭ ਚੰਗੇ ਤੱਤ ਸਿਧਾਂਤ, ਸਾਰ ਸਿਧਾਂਤ ਦੇ ਜਿਹੜੇ ਬਚਨਾਂ ਨੂੰ ਸੁਣਿਆ ਸੀ, ਅਤੇ ਮੈਂ ਤਾਂ ਬਹੁਤ ਉਸ ਸਮੇਂ ਦਾ ਖੁਸ਼ ਹੋਇਆ ਹਾਂ, ਆਨੰਦਿਤ ਹੋਇਆ ਹਾਂ, ਹਮੇਸ਼ਾ ਹੀ ਖੁਸ਼ ਰਹਿੰਦਾ ਹਾਂ। ਅਬ ਤੁਮ ਆਏ ਸਮਾਨ ਜਾਏ ਮੈਂ ਆਨ ਹੋ। ਹੁਣ ਦੂਸਰੀ ਵਾਰ ਤੁਹਾਡੀ ਆਗਿਆ ਮੰਨ ਕੇ ਕਹਿੰਦੇ ਮੈਂ ਜਾਂਦਾ ਹਾਂ, ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀਆਂ ਕਹਿ ਕਰਕੇ ਲੈ ਕੇ ਆਉਂਦਾ ਹਾਂ ਇੱਥੇ ਪਰਬਤ ਸਮੇਰ 'ਤੇ। ਹੋ ਬੰਦ ਅਗਾਰੀ ਹਾਥ ਬੇਨੰਤ ਬਖਾਨ ਹੋ। ਉਹਨਾਂ ਅੱਗੇ ਜਾ ਕੇ ਜਿਹੜਾ ਦੋਵੇਂ ਹੱਥ ਜੋੜਾਂਗਾ, ਹੱਥ ਦੋਵੇਂ ਜੋੜ ਕੇ ਬੇਨਤੀ ਕਹਾਂਗਾ ਕਿ ਮਹਾਰਾਜ ਸਿੱਧਾਂ ਨਾਥਾਂ ਨੂੰ ਦਰਸ਼ਨ ਦਿਓ ਪਰਬਤ 'ਤੇ ਆ ਕੇ। ਐਸ ਕਹਿ ਆਏ ਹਦੂਰ ਆਦੇਸ ਬਖਾਨਿਆਂ। ਇਸ ਤਰ੍ਹਾਂ ਕਹਿ ਕਰਕੇ ਭਰਤਰ ਨਾਥ ਗੁਰੂ ਮਹਾਰਾਜ ਦੇ ਸਾਹਮਣੇ ਹਜ਼ੂਰੀ ਵਿੱਚ ਆਇਆ ਹੈ, ਅਤੇ ਕਹਿਣ ਲੱਗਾ ਵੀ ਇਹ ਗੁਰੂ ਨਾਨਕ ਸਾਹਿਬ ਆਪ ਜੀ ਨੂੰ ਆਦੇਸ਼ ਹੋਵੇ, ਨਮਸਕਾਰ ਹੋਵੇ। ਮੱਥਾ ਟੇਕਦਾ ਇਸ ਤਰ੍ਹਾਂ ਕਿਹਾ ਹੈ। ਹਰਖ ਧਾਰ ਉਰ ਮਿਲਿਓ ਜੋਰ ਕਰ ਪਾਨਿਆ। ਉਸ ਵੇਲੇ ਦੋਵੇਂ ਜਿਹੜੇ ਗੁਰੂ ਜੀ ਅੱਗੇ ਹੱਥ ਜੋੜ ਕੇ ਇਹ ਮਿਲਿਆ ਹੈ, ਅਤੇ ਦੋਵੇਂ ਹੱਥ ਜੋੜ ਕੇ ਹਿਰਦੇ ਵਿੱਚ ਬਹੁਤ ਖੁਸ਼ੀ ਧਾਰ ਕੇ ਭਰਤਰਨਾਥ ਮਿਲਿਆ ਜੁਲਿਆ ਸਤਿਗੁਰਾਂ ਨੂੰ। ਚੱਲੀਏ ਦੀਨ ਦਿਆਲ ਮੇਰ ਕੇ ਉਪਰੇ। ਹੇ ਮਹਾਰਾਜ ਸਮੇਰ ਪਰਬਤ ਦੇ ਉੱਪਰ ਆਪ ਚੱਲੀਏ। ਆਪ ਜੀ ਨੂੰ ਸਿੱਧਨਾਥ ਡੀਕ ਰਹੇ ਹੈ, ਦੀਨਾਂ 'ਤੇ ਦਿਆਲਤਾ ਕਰਨ ਵਾਲੇ,
ਗਰੀਬਾਂ 'ਤੇ ਦਿਆਲਤਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ। ਹੋ ਦਰਸ ਚਹਿਤ ਸਭ ਸਿੱਧ ਉਡੀਕਤ ਹਿਤ ਤਰੇ। ਉੱਥੇ ਸਾਰੇ ਸਿੱਧ ਬੜਾ ਹਿਰਦੇ ਵਿੱਚ ਪ੍ਰੇਮ ਪਿਆਰ ਧਾਰ ਕੇ ਤੁਹਾਡੇ ਦਰਸ਼ਨਾਂ ਦੀ ਚਾਹਨਾ ਕਰਕੇ ਉਡੀਕ ਰਹੇ, ਤੁਹਾਡੇ ਦਰਸ਼ਨ ਚਾਹੁੰਦੇ ਸਾਰੇ ਸਿੱਧ। ਬੋਲੇ ਪੰਕਜ ਨੈਣ ਕੀਨ ਸਨਮਾਨਿਆ। ਜਿਨ੍ਹਾਂ ਸਤਿਗੁਰਾਂ ਦੇ ਕਮਲ ਵਰਗੇ ਨੇਤਰ ਤੇ ਬੜਾ ਭਰਥਰ ਨਾਥ ਦਾ ਸਨਮਾਨ ਕਰਦਿਆਂ ਹੋਏ ਬਚਨ ਬੋਲੇ ਸਨਮਾਨ ਆਦਰ ਦੇ। ਧੰਨ ਭਰਥਰੀ ਤੂੰ ਮੈਂ ਜੋਗ ਰਸ ਜਾਣਿਆ। ਹੈ ਵੀ ਭਰਥਰੀ ਨਾਥ ਤੂੰ ਤੇ ਧੰਨ ਹੈ, ਧੰਤਾ ਜੋਗ ਹੈ। ਜਿਸ ਨੇ ਜੋਗ ਦੇ ਸਹੀ ਨਿਸ਼ਚੇ ਰੂਪ ਅਸਲ ਰਸ ਨੂੰ ਹੀ ਜਾਣਿਆ ਹੈ। ਚੰਦ ਬਦਨ ਤ੍ਰਿਏ ਤਜੀ ਦੇਸ਼ ਧਨ ਰਾਜ ਜੋ। ਜਿਹੜੀ ਚੰਦਰਮਾ ਵਰਗੇ ਮੁਖ ਵਾਲੀ ਇਸਤਰੀ ਸੀ ਉਹ ਵੀ ਤੂੰ ਛੱਡ ਦਿੱਤੀ। ਜਿਸ ਰਾਜਧਾਨੀ ਦੇਸ਼ 'ਤੇ ਰਾਜ ਕਰਦਾ ਸੀ ਉਹ ਰਾਜ ਭਾਗ ਇਲਾਕਾ ਛੱਡ ਦਿੱਤਾ, ਧਨ ਵੀ ਛੱਡ ਦਿੱਤਾ, ਰਾਜ ਭਾਗ ਵੀ ਛੱਡ ਦਿੱਤਾ ਤੂੰ ਭਰਥਰ ਨਾਥਾ। ਉਹ ਜਨਮ ਸਵਾਰਿਓ ਰਤਨ ਤਿਆਗ ਜਗ ਲਾਜ ਕੋ। ਤੇ ਜਿਹੜਾ ਮਨੁੱਖਾ ਜਨਮ ਹੈ ਅਮੋਲਕ ਰਤਨ ਵਰਗਾ, ਇਸ ਨੂੰ ਤੂੰ ਸਵਾਰਿਆ ਹੈ। ਸੰਸਾਰ ਦੀ ਜਿਹੜੀ ਲੱਜਿਆ ਛੱਡ ਕੇ, ਸੰਸਾਰ ਦੀ ਸ਼ਰਮ ਲਾਭ ਕਰਕੇ ਪਰੇ ਕਰਕੇ। ਨਹੀਂ ਤਾਂ ਕੋਈ ਜਦੋਂ ਘਰੋਂ ਨਿਕਲਦਾ ਹੈ ਨਾ ਤੇ ਉਹਨੂੰ ਕਈ ਵਾਰ ਸ਼ਰਮ ਜੀ ਆ ਜਾਂਦੀ, ਲੱਜਾ ਜੀ ਆ ਜਾਂਦੀ ਅਤੇ ਉਹ ਸੋਚਦਾ ਇਸ ਤਰ੍ਹਾਂ, ਸ਼ਰਮ ਜੀ ਕਰਦਾ ਵੀ ਮੈਨੂੰ ਲੋਕ ਕੀ ਕਹਿਣਗੇ, ਵੀ ਪਹਿਲਾਂ ਇਹ ਘਰ ਬਾਰੀ ਬਣ ਗਿਆ, ਬਾਲ ਬੱਚੇ ਪੈਦਾ ਕਰ ਲਏ ਅਤੇ ਹੁਣ ਸੰਭਾਲਣ ਦੀ ਬਜਾਏ ਇਹਨਾਂ ਨੂੰ ਛੱਡ ਕੇ ਨਿਕਲ ਆਇਆ ਹੈ, ਤੁਰ ਪਿਆ ਘਰ ਛੱਡ ਕੇ। ਫਿਰ ਇਹੋ ਜਿਹੀ ਉਹ ਸ਼ਰਮ ਜੀ ਜਿਹੜੀ ਕਈ ਕਰਦੇ ਆ ਨਾ, ਲੱਜਿਆ ਜੀ ਕਰਦੇ ਆ ਲੋਕਾਂ ਦੀ, ਅਤੇ ਉਹ ਇਹ ਲੱਜਿਆ ਦੇ ਮਾਰੇ ਘਰੋਂ ਨਹੀਂ ਨਿਕਲਦੇ। ਫਿਰ ਉੱਥੇ ਵੀ ਜੁੱਤੀਆਂ ਜਿਹੜੀਆਂ ਖਾਈ ਜਾਂਦੇ ਰਾਤ ਦਿਨ। ਲੋਕ ਕੀ ਕਹਿਣਗੇ ਅਤੇ ਆਪਣਾ ਉਹ ਰੋਜ਼ ਹੀ ਉਹ ਛਿੱਤਰ ਖਾਈ ਜਾਂਦੇ ਆ। ਪਰ ਇੱਧਰ ਐਸਾ ਹੈ ਭਰਥਰ ਨਾਥ ਜੋਗੀ ਹੈ। ਜਦੋਂ ਹੀ ਵੇਖਿਆ ਵੀ ਮੇਰੀ ਰਾਜਾ ਮਹਾਰਾਜਾ ਸੀ, ਜਦੋਂ ਹੀ ਵੇਖਿਆ ਵੀ ਮੇਰੀ ਘਰਵਾਲੀ ਜਿਹੜੀ ਹੈ ਉਹ ਉਲਟੀ ਹੋ ਗਈ, ਪੁੱਠੀ ਚੱਲਦੀ ਹੈ, ਸਾਰਾ ਯਾਰ ਖਜ਼ਾਨੇ ਛੱਡ ਕੇ, ਰਾਜ ਭਾਗ ਛੱਡ ਕੇ, ਇਸਤਰੀ ਛੱਡ ਕੇ ਤੇ ਨਿਕਲ ਆਇਆ। ਜਿਸ ਕਰਕੇ ਮਹਾਰਾਜ ਕਹਿੰਦੇ ਵੀ ਭਰਥਰ ਨਾਥ ਤੂੰ ਧੰਨ ਹੈ। ਨਹੀਂ ਤਾਂ ਕਿਹੜਾ ਹੈ ਜਿਹੜਾ ਵੀ ਉਹ ਰਾਜ ਭਾਗ ਛੱਡਦੇ, ਖਜ਼ਾਨੇ ਛੱਡਦੇ, ਫੌਜਾਂ ਛੱਡਦੇ, ਅਤੇ ਇਸਤਰੀ ਦੇ ਵਿੱਚ ਭਾਵੇਂ ਲੱਖਾਂ ਔਗੁਣ ਹੋਣ ਤਾਂ ਵੀ ਨਹੀਂ ਮਨੁੱਖ ਛੱਡਦਾ ਕਾਮ ਦਾ ਮਾਰਿਆ ਹੋਇਆ। ਅਤੇ ਤੂੰ ਤਾਂ ਧੰਨ ਹੈ, ਜਦੋਂ ਹੀ ਵੇਖਿਆ ਵੀ ਮੇਰੀ ਘਰਵਾਲੀ ਪੁੱਠਾ ਚੱਲਦੀ ਹੈ, ਸਭ ਕੁਝ ਛੱਡ ਦਿੱਤਾ, ਲੋਕਾਂ ਦੀ ਲੱਜਿਆ ਛੱਡ ਦਿੱਤੀ, ਸ਼ਰਮ ਲਾ ਕੇ ਆਓ ਪਰੇ ਮਾਰੀ। ਇਸ ਕਰਕੇ ਭਰਥਰ ਨਾਥਾ ਤੂੰ ਧੰਨ ਹੈ। ਪ੍ਰਥਮ ਮੇਰ ਪਰ ਆਪ ਜਾਏ ਸੁਧ ਦੀਜੀਏ। ਪਹਿਲਾਂ ਸਮੇਰ ਪਰਬਤ ਉੱਪਰ ਆਪ ਜਾ ਭਰਥਰ ਨਾਥ ਜੀ, ਅਤੇ ਸਾਡੇ ਆਉਣ ਦੀ ਖਬਰ ਦਾ ਸਾਰ ਦੇ ਦਈਏ ਸਭ ਨੂੰ। ਹਮਰੀ ਸਿੱਧਨ ਸਰਬ ਆਦੇਸ਼ ਭਨੀਜੀਏ। ਸਾਰੇ ਸਿੱਧਾਂ ਨੂੰ ਸਾਡੀ ਆਦੇਸ਼ ਨਮਸਕਾਰ ਕਹਿ ਦਈਏ ਵੀ ਗੁਰੂ ਨਾਨਕ ਸਾਹਿਬ ਤੁਹਾਨੂੰ ਆਦੇਸ਼ ਨਮਸਕਾਰ ਕਹਿੰਦੇ ਹੈ। ਆਵਤ ਹੈ ਪਸ਼ਚਾਤ ਨਾ ਬਿਲਮ ਲਗਾਵਹੀ। ਅਸੀਂ ਤੇਰੇ ਪਿੱਛੇ ਪਿੱਛੇ ਹੀ ਆ ਰਹੇ ਹਾਂ, ਕੋਈ ਦੇਰੀ ਨਹੀਂ ਲਗਾਵਾਂਗੇ। ਹੋ ਦਰਸ਼ਨ ਪਰਸਨ ਕਰਹਿ ਭਲੇ ਮਨ ਭਾਵਹੀ। ਅਤੇ ਆ ਚੰਗੇ ਜਿਹੜੇ ਮਨ ਨੂੰ ਭਾਉਣ ਵਾਲੇ ਦਰਸ਼ਨ ਕਰਾਂਗੇ, ਪਰਸਨਾ ਕਰਾਂਗੇ ਸਿੱਧਾਂ ਨਾਥਾਂ ਨਾਲ। ਸਿੱਧ ਨਾਥ ਸਾਡੇ ਦਰਸ਼ਨ ਕਰਨਗੇ ਚੰਗੇ ਮਨ ਨੂੰ ਭਾਉਣ ਵਾਲੇ ਅਸੀਂ, ਅਤੇ ਅਸੀਂ ਉਹਨਾਂ ਦੇ ਦਰਸ਼ਨ ਕਰਾਂਗੇ। ਜਿਹੜੇ ਕਮਾਈ ਵਾਲੇ ਉਹ ਸਾਡੇ ਜਿਹੜੇ ਹੈ, ਅਸੀਂ ਉਹਨਾਂ ਦੇ ਚਰਨ ਪਰਸਾਂਗੇ, ਉਹ ਸਾਡੇ ਪਰਸਣਗੇ। ਚੰਗੇ ਮਨ ਨੂੰ ਭਾਉਣ ਵਾਲੇ ਦਰਸ਼ਨ ਪਰਸਨ ਕਰਾਂਗੇ ਭਰਥਰ ਨਾਥ। ਸੁਣ ਕੇ ਭਰਥਰ ਗਇਓ ਹਿਰਦੇ ਹਰਖਾਏ ਕੈ। ਸੁਣ ਕਰਕੇ ਮਹਾਰਾਜ ਦੇ ਬਚਨ ਭਰਥਰ ਨਾਥ ਹਿਰਦੇ ਵਿੱਚ ਬੜਾ ਖੁਸ਼ ਹੋ ਕੇ ਸਮੇਰ ਪਰਬਤ ਉੱਪਰ ਚਲਾ ਗਿਆ। ਸਭ ਸੋ ਕਹੀ ਆਦੇਸ਼ ਰੁਚਰ ਗੁਣ ਗਾਏ ਕੈ। ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਗੁਣ ਗਾ ਕੇ ਸਾਰਿਆਂ ਸਿੱਧਾਂ ਨਾਥਾਂ ਨੂੰ
ਮਹਾਰਾਜ ਵੱਲੋਂ ਆਦੇਸ਼ ਨਮਸਕਾਰ ਕਹੀ ਹੈ ਵੀ ਗੁਰੂ ਨਾਨਕ ਸਾਹਿਬ ਤੁਹਾਨੂੰ ਸਾਰਿਆਂ ਨੂੰ ਆਦੇਸ਼ ਨਮਸਕਾਰ ਕਹਿੰਦੇ ਹੈ। ਆਵਤ ਮਾ ਪਸ਼ਚਾਤ ਕਹਿਤ ਨਹਿ ਦੇਰ ਕੋ, ਮੇਰੇ ਪਿੱਛੇ ਪਿੱਛੇ ਹੀ ਆ ਰਹੇ। ਇਸ ਤਰ੍ਹਾਂ ਉਹ ਕਹਿ ਰਹੇ ਸਨ ਕਿ ਸਾਨੂੰ ਦੇਰ ਨਹੀਂ ਲੱਗੇਗੀ, ਹੁਣ ਛੇਤੀ ਤੋਂ ਛੇਤੀ ਆ ਜਾਵਾਂਗੇ। ਉਹ ਜਿਨਹਿ ਬਿਲੋਕਨ ਚਾਹੇ ਜੋ ਸਿਖਰ ਸਮੇਰ ਕੋ, ਜਿਨ੍ਹਾਂ ਸਤਿਗੁਰੂ ਨਾਨਕ ਸਾਹਿਬ ਤਪਾ ਜੀ ਨੂੰ ਵੀ ਸਮੇਰ ਪਰਬਤ ਦਾ ਜਿਹੜੀ ਸਿਖਰ ਚੋਟੀ ਟਿੱਲਾ ਵੇਖਣ ਦੀ ਬਹੁਤੀ ਚਾਹਨਾ ਖਾਹਿਸ਼ੀ ਹੈ। ਕਬਿਤ ਨਾਨਾ ਭਾਂਤ ਆਪਸੋ ਮੈਂ ਕਰਤ ਵਿਚਾਰ ਸਿੱਧ, ਇੱਧਰ ਜਿਹੜੇ ਸਿੱਧਨਾਥ ਹੈ ਉਹ ਨਾਨਾ ਤਰ੍ਹਾਂ ਦੀਆਂ ਆਪਸ ਵਿੱਚ ਵਿਚਾਰਾਂ ਜਿਹੜੀਆਂ ਕਰ ਰਹੇ ਹੈ। ਇਤੇ ਮਰਦਾਨਾ ਬੈਨ ਮੁਖ ਸੋ ਕਹਿਤ ਹੈ, ਇੱਧਰ ਭਾਈ ਮਰਦਾਨਾ ਜਿਹੜਾ ਮੁਖ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਬਚਨ ਕਹਿੰਦਾ ਹੈ। ਸ਼੍ਰੀ ਪ੍ਰਭੂ ਮੁਕੰਦ ਦੁਖ ਧੁੰਦ ਕੇ ਨਿਕੰਦ, ਹੇ ਸ਼੍ਰੋਮਣੀ ਪ੍ਰਭੂ ਗੁਰੂ ਨਾਨਕ ਸਾਹਿਬ ਮੁਕਤੀ ਦਾਦੇ, ਸਮੂਹ ਦੁੱਖਾਂ ਦਲਿਦਰਾਂ ਉਪਦਰਾਂ ਅਨਰਥਾਂ ਔਗੁਣਾਂ ਗਨਾਹਾਂ ਨੂੰ ਕੱਟਣ ਵਾਲੇ। ਅਬ ਦੇਖੀਏ ਸਮੇਰ ਜਹਾਂ ਗੋਰਖ ਰਹਿਤ ਹੈ, ਜਿੱਥੇ ਆ 84 ਸਿੱਧਾਂ ਦੇ ਸਮੇਤ ਗੋਰਖਨਾਥ ਸਮੇਰ ਪਰਬਤ ਉੱਪਰ ਰਹਿੰਦਾ ਹੈ। ਮਹਾਰਾਜ ਹੁਣ ਚੱਲ ਕੇ ਉਸ ਸਮੇਰ ਪਰਬਤ ਨੂੰ ਦੇਖੀਏ। ਬੇਦੀ ਬੰਸ ਤਾਲ ਕੇ ਕਮਲ ਸੁਨ ਬੋਲੇ ਤਬੈ, ਬੇਦੀ ਬੰਸ ਦੇ ਜੋ ਬੇਦੀ ਬੰਸ ਉਹਦੇ ਢਾਲ ਵਾਂਗ ਹੈ, ਸਰੋਵਰ ਵਾਂਗ ਹੈ ਪਵਿੱਤਰ, ਉਸ ਵਿੱਚ ਜੋ ਕਮਲ ਦੀ ਨਿਆਈ ਖਿੜੇ ਹੋਏ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਪਾਸੋਂ ਸੁਣ ਕੇ ਬੋਲੇ ਬਚਨ ਉਸ ਵੇਲੇ। ਚੱਲੋ ਮਰਦਾਨਾ ਦੇਖ ਦੇਖਿਓ ਜੋ ਚਾਹੇ ਚਾਹਤ ਹੈ, ਹੈ ਵੀ ਭਾਈ ਮਰਦਾਨਾ ਚੱਲੋ ਸਾਡੇ ਨਾਲ, ਜੋ ਤੂੰ ਵੀ ਸਮੇਰ ਪਰਬਤ ਦੇਖਿਆ ਚਾਹੁੰਦਾ ਚੱਲ ਦੇਖ। ਐਸੇ ਕਹਿ ਗਏ ਹੈ ਸਮੇਰ ਪਰ ਤਾਤਕਾਲ, ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਜੀ ਜਿਹੜਾ ਸਮੇਰ ਪਰਬਤ ਦਾ ਟਿੱਲਾ ਚੋਟੀ ਹੈ ਉਸ ਉੱਪਰ ਬੜੀ ਛੇਤੀ ਕਹਿ ਕਰਕੇ ਚਲੇ ਗਏ ਹੈ। ਜਹਾਂ ਸਿੱਧ ਮੰਡਲੀ ਸੋ ਗੋਰਖ ਸਹਿਤ ਹੈ, ਜਿੱਥੇ ਗੋਰਖਨਾਥ ਸਾਰੀ ਸਿੱਧ ਮੰਡਲੀ ਦੇ ਸਹਿਤ ਹੀ ਬੈਠਾ ਹੈ ਬੜਾ ਸੱਜ ਤਜ ਕੇ। ਕਬਿਤ ਕਰ ਨਿਜ ਗਿਆਨ ਕੋ ਬਖਾਨ ਜੇ ਥਾਨ ਵੈਸੇ, ਜਿਸ ਆ ਸਮੇਰ ਪਰਬਤ ਵਾਲੀ ਥਾਂ 'ਤੇ ਸਾਰੇ ਸਿੱਧ ਬੈਠੇ ਹੋਏ ਆਪੋ ਆਪਣਾ ਗਿਆਨ ਕਥਨ ਕਰ ਰਹੇ ਹੈ। ਨਾਨਕ ਜੀ ਜਾਏ ਕੇ ਆਦੇਸ਼ ਹੈ ਉਚਾਰਿਆ, ਗੁਰੂ ਨਾਨਕ ਸਾਹਿਬ ਜੀ ਨੇ ਜਾ ਕਰਕੇ ਸਿੱਧਾਂ ਨਾਥਾਂ ਵਿੱਚ ਕਿਹਾ ਵੀ ਸਿੱਧੋ ਨਾਥੋ ਤੁਹਾਨੂੰ ਸਾਡੇ ਵੱਲੋਂ ਆਦੇਸ਼ ਹੈ, ਨਮਸਕਾਰ ਹੈ ਕਿਹਾ ਹੈ। ਗੋਰਖ ਕਹਿਤ ਆਦਿ ਪੁਰਖ ਆਦੇਸ਼ ਵਾਲੇ, ਉਸ ਵੇਲੇ ਗੋਰਖਨਾਥ ਕਹਿਣ ਲੱਗਾ ਹੈ ਬਾਲਕੇ ਆਦਿ ਪੁਰਖ ਕੋ ਆਦੇਸ਼, ਜੋ ਆਦਿ ਪੁਰਖ ਸਭ ਤੋਂ ਪਹਿਲਾ ਪੁਰਖ ਪਰਮੇਸ਼ਰ ਉਸ ਨੂੰ ਸਾਡੀ ਆਦੇਸ਼ ਹੈ। ਬਾਲਕੇ ਗੁਰੂ ਨਾਨਕ ਸਾਹਿਬ, ਇਹ ਜਿਹੜਾ ਬੋਲਾ ਸੀ ਗੁਰੂ ਮਹਾਰਾਜ ਦਾ ਸੀ ਇਹ ਬੋਲਾ, ਕਿਉਂਕਿ ਮਹਾਰਾਜ ਜੀ ਜਦੋਂ ਹੀ ਸਿੱਧਨਾਥ ਮਿਲਦੇ ਕਹਿੰਦੇ ਸਨ ਆਦੇਸ਼ ਬਾਲੇ, ਅਤੇ ਮਹਾਰਾਜ ਕਹਿੰਦੇ ਸਨ ਅੱਗੋਂ ਕਿ ਸਾਡੀ ਉਸ ਪਰਮੇਸ਼ਰ ਵਾਹਿਗੁਰੂ ਨੂੰ ਆਦੇਸ਼, ਪ੍ਰਭੂ ਕੋ ਆਦੇਸ਼, ਇੱਕ ਓਂਕਾਰ ਕੋ ਆਦੇਸ਼ ਆ ਪਿੱਛੇ ਆਇਆ ਹੀ। ਅਤੇ ਉਹ ਹੁਣ ਇਹ ਗੋਰਖਨਾਥ ਨੇ ਮਹਾਰਾਜ ਦਾ ਬੋਲਾ ਜਿਹੜਾ ਉਹ ਵਰਤਿਆ, ਇੱਥੇ ਵਰਤਿਆ ਗੋਰਖਨਾਥ ਜੀ ਨੇ ਵੀ ਸਤਿਗੁਰ ਜੀ ਦਾ ਜੋ ਬੋਲਾ ਹੈ। ਪਰ ਇਹ ਬੋਲਾ ਜਿਹੜਾ ਵਰਤ ਕੇ ਉਹਨੇ ਮਹਾਰਾਜ ਅੱਗੇ ਆਪਣਾ ਝੁਕਾਓ ਦਿਖਾਇਆ ਗੋਰਖਨਾਥ ਨੇ ਵੀ ਅਸੀਂ ਤੁਹਾਡੀ ਮੱਤ ਨੂੰ ਮਹਾਨ ਮੰਨਦੇ ਹਾਂ, ਤੁਹਾਡੀ ਸਿੱਖਿਆ ਨੂੰ ਮਹਾਨ ਮੰਨਦੇ ਹਾਂ, ਤੁਸੀਂ ਮਹਾਨ ਹੋ। ਅਤੇ ਨਾਲ ਬਾਲੇ ਵੀ ਕਹਿ ਦਿੱਤਾ, ਕਿਉਂਕਿ ਗੋਰਖਨਾਥ ਹੁਣ ਦੀ ਉਮਰ ਬਹੁਤ ਤਗੜੀ ਸੀ ਜਿਹਦੇ ਕਰਕੇ ਉਹ ਬਾਲੇ ਸ਼ਬਦ ਵਰਤ ਲਿਆ। ਅਤੇ ਗੁਰੂ ਮਹਾਰਾਜ ਨੂੰ ਖੁਸ਼ ਕਰਨ ਵਾਸਤੇ, ਮਹਾਰਾਜ ਜੀ ਦੇ ਬਚਨਾਂ ਦਾ, ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ ਬੋਲਾ ਵਰਤਿਆ। ਗੋਰਖਨਾਥ ਕਹਿੰਦਾ ਵੀ ਜੋ ਆਦਿ ਪੁਰਖ ਪਰਮੇਸ਼ਰ ਹੈ
ਉਸ ਨੂੰ ਸਾਡੀ ਆਦੇਸ਼ ਹੈ, ਹੇ ਬਾਲਕੇ ਆਓ ਬੈਠ ਮੇਰੇ ਟਿਗ ਅਤ ਸਤਿਕਾਰਿਆ। ਹੇ ਗੁਰੂ ਨਾਨਕ ਸਾਹਿਬ ਜੀ, ਤਪਾ ਜੀ ਆਓ ਮੇਰੇ ਕੋਲ ਆ ਕੇ ਬੈਠੋ। ਇਸ ਤਰ੍ਹਾਂ ਦੇ ਪਿਆਰ ਵਾਲੇ ਬਚਨ ਕਹਿ ਕੇ ਬਹੁਤ ਸਤਿਕਾਰਿਆ, ਸਨਮਾਨਿਆ ਹੈ ਸਤਿਗੁਰਾਂ ਨੂੰ ਗੋਰਖਨਾਥ ਨੇ। ਮਨ ਮੈਂ ਵਿਚਾਰੇ ਮਤ ਹਮਰੋ ਜੇ ਧਾਰੇ ਇਹ, ਮਨਾਂ ਵਿੱਚ ਵਿਚਾਰਾਂ ਕਰਦਾ ਏ ਗੋਰਖਨਾਥ ਵੀ ਜੇ ਗੁਰੂ ਨਾਨਕ ਤਪਾ ਸਾਡਾ ਜਿਹੜਾ ਮਤ ਹੈ, ਸਾਡੀ ਸਿੱਖਿਆ ਧਾਰ ਲਵੇ, ਭਾਵ ਸਾਡੇ ਮਤ ਪੰਥ ਵਿੱਚ ਆ ਜਾਏ। ਜਗਤ ਬਿਥਾਰੇ ਜਸ ਭੂਰ ਹੀ ਪੁਜਾਰਿਆ, ਸੰਸਾਰ ਵਿੱਚ ਸਾਡਾ ਬਹੁਤ ਜਿਹੜਾ ਜਸ ਫੈਲਾਉਣਗੇ, ਸਾਡੀ ਬਹੁਤ ਪੂਜਾ ਹੋਏਗੀ, ਬਹੁਤ ਪੂਜਾ ਵਧਾ ਦੇਵੇਗਾ ਇਹ ਗੁਰੂ ਨਾਨਕ ਤਪਾ। ਐਸੇ ਭਰਤਰੀ ਸੰਗ ਬੋਲਿਓ ਲਿਆਇਓ ਪਿਆਲਾ ਜਾਏ, ਇੱਥੇ ਜਾਏ ਤੇ ਵਿਸ਼ਰਾਮ ਹੈ ਸ਼ੁੱਧ। ਐਸੇ ਭਰਤਰੀ ਸੰਗ ਬੋਲਿਓ ਲਿਆਇਓ ਪਿਆਲਾ ਜਾਏ। ਕਹਿਣ ਲੱਗਾ ਵੀ ਇਹ ਭਰਤਰਨਾਥ ਨਾਲ ਇਸ ਤਰ੍ਹਾਂ ਬੋਲਿਆ ਗੋਰਖਨਾਥ ਵੀ ਜਾਗੋ ਭਰਤਰਨਾਥ, ਜਿਹੜਾ ਸ਼ਰਾਬ ਦਾ ਪਿਆਲਾ ਭਰ ਕੇ ਲਿਆ। ਨਾਨਕ ਕੋ ਦੇਹੋ ਲੇਵ ਲਾਗੇ ਮਤ ਵਾਰਿਆ, ਗੁਰੂ ਨਾਨਕ ਤਪੇ ਨੂੰ ਦੇਓ ਪਿਆਲਾ, ਜਿਸ ਨੂੰ ਪੀ ਕਰਕੇ ਇਹਨਾਂ ਦੀ ਲਿਵ ਲੱਗ ਜਾਏ, ਮਤਵਾਰਿਆ ਮਸਤ ਹੋ ਜਾਣ। ਕਬਿਤ ਆਨਿਉ ਤਾ ਵਧਾਏ ਗੁਰ ਅਗਰਜ ਬਣਾਏ ਰੱਖਿਓ। ਭਰਤਰਨਾਥ ਉਸ ਵੇਲੇ ਦੌੜ ਕੇ ਉਹ ਪਿਆਲਾ ਲੈ ਕੇ ਆਇਆ ਹੈ, ਗੁਰੂ ਜੀ ਦੇ ਅੱਗੇ ਬਣਾ ਸਵਾਰ ਕੇ ਰੱਖ ਦਿੱਤਾ ਹੈ। ਪੂਜੇ ਮਤ ਵਾਲਾ ਬਾਲੇ ਜਾਂ ਕੋ ਅਬ ਪੀਜੀਏ। ਤੇ ਗੋਰਖਨਾਥ ਕਹਿਣ ਲੱਗਾ ਵੀ ਇਹ ਬਾਲੇ ਗੁਰੂ ਨਾਨਕ ਸਾਹਿਬ, ਇਸ ਨੂੰ ਹੁਣੇ ਪੀ ਲਈਏ ਪਿਆਲੇ ਨਸ਼ੇ ਦੇ ਨੂੰ, ਮਤਵਾਲੇ ਹੋ ਜੋ ਹੈ ਮਸਤ ਹੋ ਜਾਈਏ। ਸ੍ਰੀ ਗੁਰਬਖਾਨੀ ਇਹ ਕੈਸੇ ਆਨਿਓ ਪਾਣੀ ਤੁਮ। ਗੁਰੂ ਮਹਾਰਾਜ ਨੇ ਕਿਹਾ ਵੀ ਗੋਰਖਨਾਥ ਹੈ ਭਰਤਰਨਾਥ, ਆ ਕਿਸ ਤਰ੍ਹਾਂ ਤੂੰ ਪਾਣੀ ਦਾ ਜਿਹੜਾ ਲੈ ਆਂਦਾ ਭਰ ਕੇ। ਗੋਰਖ ਕਹਿਤ ਪੀਵ ਲਿਵ ਕੋ ਲਗੀਜੀਏ। ਗੋਰਖਨਾਥ ਕਹਿਣ ਲੱਗਾ ਵੀ ਇਹ ਨਾ ਬਾਲੇ ਨਾਨਕ ਤੇ ਨਸ਼ੇ ਦਾ ਪਿਆਲਾ ਹੈ ਸ਼ਰਾਬ ਦਾ, ਪੀ ਲਈਏ, ਪੀ ਕਰਕੇ ਤੇ ਲਿਵ ਨੂੰ ਲਗਾ ਲਈਏ। ਸੀਸ ਹੂੰ ਤੇ ਕਾਲ ਡਰੇ ਭੁੱਖ ਪਿਆਸ ਦੋ ਹਰੇ। ਜਿਹੜਾ ਤੁਹਾਡੇ ਸੀਸ ਤੋਂ ਕਾਲ ਹੈ, ਮੌਤ ਵੀ ਟਲ ਜਾਏਗੀ, ਭੁੱਖ ਪਿਆਸ ਦੋਵੇਂ ਨਾਸ ਕਰ ਦੇਗਾ ਇਹ ਸ਼ਰਾਬ ਦਾ ਪਿਆਲਾ। ਤੀਨੋਂ ਤਾਪ ਨਾਸ ਕਰੇ ਚੌਥੇ ਪਦ ਭੀਜੀਏ। ਤਿੰਨੇ ਜਿਹੜੇ ਤਾਪ ਹੈ, ਆਦ ਵਿਆਦ ਉਪਾਦ, ਇਹ ਵੀ ਜਿਹੜੇ ਨਾਸ ਕਰ ਦੇਵੇਗਾ, ਨਾਸ ਕਰੇਗਾ ਇਹ ਪਿਆਲਾ। ਤੇ ਚੌਥਾ ਜਿਹੜਾ ਪਦ ਹੈ ਉਹਦੇ ਵਿੱਚ ਭਿੱਜ ਜਾਈਏ, ਲੀਨ ਹੋ ਜਾਈਏ। ਵੀ ਜਦੋਂ ਇਹ ਸ਼ਰਾਬ ਦਾ ਪਿਆਲਾ ਪੀ ਗਿਆ, ਹੋਸ਼ ਬੋਸ਼ ਹੀ ਨਹੀਂ ਰਹਿਣੀ, ਤੇ ਐਂ ਲੇਟਣਾ ਥੱਲੇ, ਐਂ ਡਿੱਗ ਪੈਣਾ, ਆਪਣੀ ਸੁਰਤ ਨਹੀਂ ਰਹਿਣੀ। ਤੇ ਚੌਥਾ ਪਦ ਹੀ ਇਹ ਸਮਝਦੇ ਉਹਨੂੰ। ਇਹ ਸਿੱਧਨਾਥ ਇਹੋ ਜਿਹੇ ਸਨ ਕਿ ਪੀ ਪਾ ਕੇ ਚੰਗੀ ਤਰ੍ਹਾਂ ਸ਼ਰਾਬ ਤੇ ਫਿਰ ਰੱਜ ਕੇ ਲੇਟਦੇ ਸਨ ਤੇ ਆਪਣੀ ਹੋਸ਼ ਬੋਸ਼ ਨਹੀਂ ਰਹਿ ਜਾਂਦੀ। ਉਹ ਕੁੱਤਿਆਂ ਦੇ ਸਮਾਨ ਹੀ ਕਿਰਿਆ, ਕੁੱਤਾ ਚੱਟ ਜੇ, ਬੰਦਾ ਆ ਜੇ, ਕੋਈ ਪਤਾ ਨਹੀਂ ਲੱਗਦਾ। ਇੱਥੇ ਹੀ ਆਪਾਂ ਵੇਖਦੇ ਰਹਿੰਦੇ ਕਈਆਂ ਨੂੰ। ਇਸ ਤਰ੍ਹਾਂ ਜਿਹੜਾ ਹੈ ਸਿੱਧਨਾਥ ਹੀ ਪੀਂਦੇ ਸਨ। ਜਿਵੇਂ ਜੈਨੀ ਸਰੇਵੜੇ ਇਹਨਾਂ ਦੇ ਮੱਤ ਵਿੱਚ ਵੀ ਉਹ ਵੀ ਕਹਿੰਦੇ ਆ ਪੀਤਵਾ ਪੀਤਵਾ ਪੁਨः ਪੀਤਵਾ ਜਬ ਤੱਕ ਵਰਤ ਨ ਭੂਤਲੇ। ਉਹ ਥਾਈ 'ਚ ਪੁਨः ਪੀਤਵਾ ਪੁਨਰਪ ਜਨਮ ਨਾ ਲੱਭੇ। ਅਤੇ ਕਿ ਆ ਪੀ ਜਾ ਫੇਰ ਪੀ ਜਾ, ਜਿੰਨਾ ਚਿਰ ਤੱਕ ਤੂੰ ਧਰਤੀ 'ਤੇ ਪਲਟ ਕੇ ਨਾ ਤੂੰ ਡਿੱਗ ਪੈਂਦਾ, ਉਹਨਾਂ ਚਿਰ ਪੀ ਜਾ। ਉਹ ਥਾਈ 'ਚ ਪੁਨः ਪੀਤਵਾ। ਜਦੋਂ ਹੀ ਤੈਨੂੰ ਹੋਸ਼ ਆਉਂਦੀ ਹੈ ਫਿਰ ਮਾੜੀ ਜੀ ਫਿਰ ਪੀ ਲਾ, ਕਹਿੰਦੇ ਪੁਨਰਪ ਜਨਮ ਨਾ ਲੱਭੇ। ਅਤੇ ਫਿਰ ਤੂੰ ਜਿਹੜਾ ਤੇਰਾ ਜਨਮ ਹੈ ਨਾ ਉਹ ਨਹੀਂ ਤੈਨੂੰ ਲੱਭਣਾ, ਜਾਂ ਫਿਰ ਤੂੰ ਜਨਮਾਂ ਵਿੱਚ ਨਹੀਂ ਆਏਗਾ, ਇਹ ਜਨਮ ਤੇਰੇ ਖਤਮ ਹੋ ਜਾਣਗੇ। ਅਤੇ ਉਹ ਹੁਣ ਪੀਂਦੇ ਆ ਅਤੇ ਜਦੋਂ ਖਾ ਪੀ ਇਸ ਤਰ੍ਹਾਂ ਡੱਫ ਕੇ ਸ਼ਰਾਬ 'ਤੇ ਡਿੱਗੇ ਰਹਿਣਾ, ਹੋਸ਼ ਨਹੀਂ ਲੈਣੀ, ਅਤੇ ਚੌਥਾ ਪਦ ਹੀ ਸਮਝਦੇ
ਅਤੇ ਉੱਥੇ ਪਦ 'ਚ ਵੀ ਇਹੀ ਕੁਝ ਹੈ ਕਿ ਉੱਥੇ ਸੁੱਧੀ ਨਹੀਂ ਰਹਿ ਜਾਂਦੀ ਸਰੀਰ ਦੀ, ਅਤੇ ਜਿਹੜੇ ਸ਼ਰਾਬ ਪੀਂਦੇ ਉਹਨਾਂ ਨੂੰ ਸੁੱਧੀ ਵੀ ਨਹੀਂ ਰਹਿ ਜਾਂਦੀ। ਜਿਵੇਂ ਕਈ ਆ ਕਹਿ ਦਿੰਦੇ, ਕਹਿੰਦੇ ਵੀ ਕਿਉਂ ਪੀਣਾ ਤੂੰ, ਕਹਿੰਦਾ ਤਾਂ ਪੀਦੀ ਹੈ, ਜਦੋਂ ਪੀ ਲਈਦੀ ਹੈ ਬਸ ਸਾਰੇ ਪਿੰਡ ਦੇ ਸਰਪੰਚ ਹੀ ਲੱਗੀਦਾ ਹੈ, ਭਾਵੇਂ ਕੰਗਾਲ ਹੀ ਹੈ, ਜਦੋਂ ਪੀ ਲਈ ਤੇ ਬਾਦਸ਼ਾਹ ਲੱਗੀਦਾ, ਆਪਣੇ ਆਪ ਸਮਝੀਦਾ ਬਾਦਸ਼ਾਹ ਬਣ ਗਿਆ। ਅਤੇ ਇਹ ਹੁਣ ਸਿੱਧਨਾਥ ਜਿਹੜੇ ਆ ਇਹ ਵੀ ਡੱਫਦੇ ਸਨ, ਉਹ ਜੈਨੀ ਸਰੇੜ ਦੇ ਮੱਤ ਵਿੱਚ ਵੀ ਇਹੋ ਤਰ੍ਹਾਂ ਕਹਿ ਕੇ ਤੇ ਰੱਜੀ ਜਾਂਦੇ ਆ। ਜਿਵੇਂ ਭਗਤ ਮਹਾਰਾਜ ਕਹਿੰਦੇ ਹੈਗੇ ਕਿ ਇਕਤ ਪੱਤਰ ਪਰ ਉਰਕਟ ਕੁਰਕਟ ਇਕਤ ਪੱਤਰ ਪਰ ਪਾਣੀ, ਆਸ ਪਾਸ ਪੰਜ ਜੋਗੀਆ ਬੈਠੇ ਵਿੱਚ ਨਗੜ ਦੇ ਰਾਣੀ। ਅਤੇ ਉਹ ਵੀ ਇਹੋ ਜਿਹਾ ਕੰਮ ਹੀ ਹੈ ਇਹਨਾਂ ਸਾਰਿਆਂ ਦਾ। ਉੱਥੇ ਉਹ ਗੱਲ ਕੀਤੀ ਜੋਗੀਆਂ ਸਰੇਵੜਿਆਂ ਦੀ, ਅਤੇ ਇਹ ਹੁਣ ਪੀਂਦੇ ਸਨ। ਅਤੇ ਮਹਾਰਾਜ ਨੂੰ ਕਹਿੰਦਾ ਵੀ ਤਿੰਨੇ ਕਾ ਜਿਹੜੇ ਤਾਪ ਹੈ ਨਾ ਉਹ ਵੀ ਨਾਸ ਕਰੇਗਾ ਇਹ ਨਸ਼ਾ ਤੁਹਾਡਾ ਸ਼ਰਾਬ। ਚੌਥੇ ਪਦ ਵਿੱਚ ਲੀਨ ਹੋ ਜਾਈਏ, ਪੀ ਕੇ ਪੈ ਜਾਈਏ ਸਾਡੇ ਵਾਂਗ, ਬਿਸਰੇ ਜੋ ਮੇਰੀ ਤੇਰੀ ਰਿੱਧ ਸਿੱਧ ਹੋਈ ਚੇਰੀ। ਕਹਿੰਦਾ ਜਦੋਂ ਇਹ ਤੁਸੀਂ ਪੀ ਲਿਆ ਨਾ ਨਸ਼ਾ ਸ਼ਰਾਬ ਦਾ, ਜਿਹੜੀ ਕੋਈ ਮੇਰੀ ਤੇਰੀ ਉਹ ਭੁੱਲ ਜਾਏਗੀ, ਨਾ ਪਤਾ ਲੱਗੇਗਾ ਮੇਰਾ ਕੀ ਹੈ ਤੇਰਾ ਕੀ ਹੈ। ਉੱਥੇ ਪਤਾ ਲੱਗਦਾ ਹੀ ਨਹੀਂ, ਆਪ ਵਿੰਦੇ ਹੀ ਹੈ ਸਭ ਕੁਝ, ਨਾ ਰਹਿ ਜਾਏਗਾ ਮੇਰਾ, ਨਾ ਰਹਿ ਜਾਏਗਾ ਤੇਰਾ, ਸਭ ਭੁੱਲ ਜਾਏਗਾ। ਅਤੇ ਰਿੱਧੀਆਂ ਸਿੱਧੀਆਂ ਜਿਹੜੀਆਂ ਤੁਹਾਡੀਆਂ ਚੇਲੀਆਂ ਸੇਵਕ ਹੋ ਜਾਣਗੀਆਂ। ਸੁਣੀਏ ਕਨੇਰੀ ਧੁਨ ਅਮਰ ਹੋਈ ਜੀਏ, ਅਨਹਦ ਨਾਦ ਦੀ ਜਿਹੜੀ ਧੁਨੀ ਉਹ ਬਹੁਤੀ ਸੁਣੀਏ, ਮੌਤ ਤੋਂ ਰਹਿਤ ਅਮਰ ਹੋ ਜਾਈਏ। ਸਵਈਆ ਸ੍ਰੀ ਗੁਰ ਬੂਝਤ ਕੌਣ ਬੇਦੀ, ਗੁਰੂ ਮਹਾਰਾਜ ਪੁੱਛਣ ਲੱਗੇ ਵੀ ਹੇ ਗੋਰਖਨਾਥ, ਆ ਜਿਹੜਾ ਸ਼ਰਾਬ ਦਾ ਪਿਆਲਾ ਜਾਂ ਨਸ਼ੇ ਵਾਸਤੇ ਤੁਸਾਂ ਨੇ ਭਰ ਲਿਆਂਦਾ ਹੈ, ਇਹ ਵੀ ਕਿਹੜੇ ਤਰੀਕੇ ਨਾਲ, ਕਿਹੜੇ ਢੰਗ ਨਾਲ ਤੁਮ ਕਾਢ ਲਿਓ ਮਦ ਦਿਓ ਬਤਾਈ। ਕਿਹੜੇ ਢੰਗ ਨਾਲ ਤੁਸਾਂ ਨੇ ਇਸ ਮਦ ਸ਼ਰਾਬ ਨੂੰ ਕੱਢ ਲਿਆ ਹੈ, ਨਸ਼ੇ ਨੂੰ ਕੱਢ ਲਿਆ ਹੈ, ਉਹ ਢੰਗ ਤਰੀਕਾ ਸਾਨੂੰ ਵੀ ਦੱਸ ਦਿਓ। ਝੰਗਰ ਭਾਖੈ ਕਰੀ ਭੱਟੀਆ ਛਿੱਤ, ਉਸ ਵੇਲੇ ਝੰਗਰ ਨਾਥ ਕਿਤੇ ਖੜਾ ਸੀ ਉੱਥੇ, ਜਿਹੜਾ ਇਹ ਲਾਣ ਆਪ ਹੀ ਲੱਗਦਾ ਤਿਆਰ ਕਰਦਾ ਸੀ। ਝੰਗਰ ਨਾਥ ਕਹਿਣ ਲੱਗਾ ਵੀ ਸੁਣੋ ਗੁਰੂ ਨਾਨਕ ਸਾਹਿਬ ਵਾਲੇ, ਸਭ ਤੋਂ ਪਹਿਲਾਂ ਧਰਤੀ ਵਿੱਚ ਭੱਠੀ ਜੀ ਤਿਆਰ ਕੀਤੀ, ਟੋਇਆ ਜਿਹਾ ਪੁੱਟ ਕੇ ਲਾਹਣ ਕੋ ਕਰ ਕੈ ਕਸ ਪਾਈ। ਫਿਰ ਜਿਹੜਾ ਹੈ ਇੱਕ ਭਾਂਡੇ ਦੇ ਵਿੱਚ ਗੁੜ ਪਾਇਆ, ਉਹ ਸੱਕ ਪਾਇਆ ਕਿੱਕਰ ਦਾ, ਅਤੇ ਕੁਝ ਸਮਾਂ ਦੱਬ ਰੱਖਿਆ ਕਈ ਕੁ ਦਿਨ। ਜਦੋਂ ਦਾ ਖਮੀਰ ਜਿਹਾ ਉੱਠਿਆ ਅਤੇ ਫਿਰ ਕਿੱਕਰ ਦੇ ਕਸ ਪਾਈ, ਕਸ ਦਾ ਅਰਥ ਇੱਥੇ ਸੱਕ ਜਾਂ ਛਿੱਲ ਪਾਈ ਕਿੱਕਰ ਦੀ, ਉਹ ਛਿੱਲ ਪਾਈ, ਗੁੜ ਗੜ ਨੂੰ ਘੋਲਿਆ ਚੰਗੀ ਤਰ੍ਹਾਂ। ਜਦੋਂ ਖਮੀਰ ਜਿਹਾ ਉੱਠਿਆ ਇਸ ਤਰ੍ਹਾਂ ਲਾਹਣ ਨੂੰ ਤਿਆਰ ਕੀਤਾ, ਤਿਆਰ ਕਰਕੇ ਪਾਵਕ ਜਾਰ ਕੇ ਲਾਏ ਨਲੀ ਘਟ। ਉਹ ਜਿਹੜੀ ਭੱਠੀ ਸੀ ਉਹਦੇ ਵਿੱਚ ਅੱਗ ਬਾਲ ਕੇ ਘੜੇ ਨੂੰ ਉੱਪਰ ਰੱਖ ਕੇ ਜਿਹਦੇ ਵਿੱਚ ਲਾਹਣ ਪਾਈ ਸੀ, ਅਤੇ ਉਹਨੂੰ ਨਾਲੀ ਲਾ ਕੇ ਪੈਬ ਲਾ ਕੇ ਤੋ ਮਦ ਕੀ ਸ਼ੁਭ ਧਾਰ ਚਵਾਈ। ਤਾਂ ਕਹਿੰਦਾ ਵੀ ਇਹ ਨਸ਼ੇ ਦੀ ਸ਼ਰਾਬ ਦੀ ਚੰਗੀ ਜਿਹੜੀ ਧਾਰ ਚਵਾਈ, ਭਾਵਦਾਰਕ ਜਿਹਾ ਕੱਢਿਆ, ਸਭ ਜਿਹੜਾ ਨਿਚੋੜ ਉਹ ਕੱਢਿਆ, ਜਿਹਦੇ ਨਾਲ ਪੀ ਕੇ ਅੰਨੇ ਹੋ ਜਾਈਦਾ ਹੈ। ਪੀਵਤ ਹੀ ਦੁੱਖ ਸੁਖ ਸਮਾਨ। ਇਹ ਗੁਰੂ ਨਾਨਕ ਸਾਹਿਬ ਤਾਬਾ ਜੀ, ਜਿਹੜਾ ਕੋਈ ਇਸ ਨੂੰ ਪੀ ਲੈਂਦਾ ਹੈ, ਇਸ ਨਸ਼ੇ ਨੂੰ, ਸ਼ੁਭ ਧਾਰ ਨੂੰ, ਦੁੱਖ ਹੋਵੇ ਸੁੱਖ ਹੋਵੇ ਇੱਕ ਬਰਾਬਰ ਹੀ ਲੱਗਦਾ ਉਸ ਨੂੰ। ਲੱਗੀ ਲਿਵ ਜੋ ਕਬ ਡੋਲ ਨਾ ਜਾਈ, ਐਸੀ ਲਿਵ ਲੱਗਦੀ ਹੈ ਜਿਹੜੀ ਕਦੀ ਡੋਲੀ ਨਹੀਂ ਜਾਂਦੀ, ਡੋਲਦੀ ਨਹੀਂ ਹੈ, ਲਿਵ ਐਸੀ ਲੱਗ ਜਾਂਦੀ ਹੈ। ਦੋਹਰਾ ਕਮਲ ਬਦਨ ਸਭ ਸੁਖ ਸਦਨ, ਕਮਲ ਵਰਗੇ ਮੁਖ ਵਾਲੇ ਅਤੇ ਸਾਰੇ ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ। ਸੁਣ ਕਰ ਤਿਨ ਅਸ ਬੈਨ, ਸੁਣ ਕਰਕੇ ਇਸ ਸਿੱਧਾ ਝੰਗਰ ਨਾਥ ਹੋਣਾ ਦੇ ਐਸੇ ਬਚਨ ਬੋਲੇ, ਮਦ ਕੀ ਜੁਗਤ ਸੋ ਜੋ ਦਾਸਨ ਕਦ ਦੈਨ।
ਬੋਲੇ ਮਦ ਕੀ ਜੁਗਤ ਸੋ। ਮਹਾਰਾਜ ਜਿਹੜੀ ਹੈ ਨਾ ਅਸਲੀ ਨਸ਼ੇ ਦੀ ਜੁਗਤੀ, ਅਸਲੀ ਨਸ਼ਾ ਤਿਆਰ ਕਰਨ ਦੀ ਜਿਹੜੀ ਜੁਗਤੀ ਹੈ, ਮਦ ਕੀ ਅਸਲੀ ਸ਼ਰਾਬ ਤਿਆਰ ਕਰਨ ਦੀ ਜਿਹੜੀ ਜੁਗਤੀ ਹੈ, ਵੀ ਅਸਲਾ ਨਸ਼ਾ ਕਿਹੜਾ, ਸ਼ਰਾਬ ਕਿਹੜੀ ਹੈ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਉਸ ਦੇ ਸੰਬੰਧ ਵਿੱਚ ਬਚਨ ਬੋਲੇ ਹੈ। ਜੋ ਦਾਸਨ ਗਤ ਦੈਨ, ਜੋ ਆਪਣੇ ਦਾਸਾਂ ਸਿੱਖ ਸੇਵਕਾਂ ਨੂੰ ਮੁਕਤੀ ਦੇਣ ਵਾਲੇ ਹੈ ਗੁਰੂ ਨਾਨਕ ਸਾਹਿਬ। ਆਸਾ ਮਹੱਲਾ ਪਹਿਲਾ। ਗਿਆਨ ਧਿਆਨ ਕੀ ਲਾਹਣ ਮਾਂਡੀ। ਇਹ ਜਿਹੜਾ ਸ਼ਬਦ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ 'ਚ ਅੰਕਿਤ ਨਹੀਂ ਹੈ, ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਹੈ। ਅਤੇ ਉਹ ਉਸੇ ਤਰ੍ਹਾਂ ਭਾਈ ਸੰਤੋਖ ਸਿੰਘ ਅਲੱਥਾ ਕੀਤਾ, ਜਿਸ ਕਰਕੇ ਇੱਥੇ ਲਿਖਿਆ ਉਸੇ ਤਰ੍ਹਾਂ ਹੀ ਕਹਿੰਦੇ ਆ ਵੀ ਇਹ ਸਿੱਧੋ ਗਿਆਨ ਧਿਆਨ ਕੀ ਲਾਹਣ ਮੰਡੀ। ਆਸਾਂ ਨੇ ਲਾਹਣ ਤਿਆਰ ਕੀਤੀ, ਉਹ ਲਾਹਣ ਨਹੀਂ ਤਿਆਰ ਕੀਤੀ ਜਿਹੜੀ ਗੁੜ ਅਤੇ ਸ਼ੱਕ ਪਾ ਕੇ। ਜਿਵੇਂ ਉਹ ਬਚਨ ਆਉਂਦਾ ਹੈ ਕਿ ਗੁਰਬਾਣੀ ਵਿੱਚ ਮਹਾਰਾਜ ਦਾ ਕਿ ਗੁੜ ਕਰ ਗਿਆਨ ਧਿਆਨ ਕਰ ਮਹੂਆ, ਪਉ ਭਾਠੀ ਮਨ ਧਾਰਾ, ਸੁਖਮਨ ਨਾਰੀ ਸਹਿਜ ਸਮਾਨੀ, ਪੀਵੈ ਪੀਵਨ ਹਾਰਾ, ਉਦੋਂ ਮੇਰਾ ਮਨ ਮਤਵਾਰਾ। ਅਤੇ ਉਹ ਸ਼ਬਦ ਵਿੱਚ ਮਹਾਰਾਜ ਨੇ ਜਿਵੇਂ ਉਚਾਰਨ ਕੀਤਾ, ਉਸੇ ਤਰ੍ਹਾਂ ਹੀ ਇੱਥੇ ਹੈ ਕਿ ਜਿਹੜਾ ਨਿਰਗੁਣ ਸਰੂਪ ਦਾ ਗਿਆਨ ਪ੍ਰਾਪਤ ਕੀਤਾ ਹੈ ਅਸਾਂ ਨੇ, ਸਰਗੁਣ ਸਰੂਪ ਦਾ ਜਿਹੜਾ ਧਿਆਨ ਲਾਉਣਾ ਕੀਤਾ, ਇਸ ਗਿਆਨ ਧਿਆਨ ਦੀ ਅਸਾਂ ਨੇ ਲਾਹਣ ਜਿਹੜੀ ਹੈ ਮਾਂਡੀ ਤਿਆਰ ਕੀਤੀ ਹੈ, ਬਣਾਈ ਹੋਈ ਹੈ। ਕਰਨੀ ਕੀ ਕਸ ਪਾਈ, ਜਿਹੜੀ ਪਰਮੇਸ਼ਰ ਦੀ ਸੇਵਾ ਦੀ ਕਮਾਈ ਕਰਨੀ ਹੈ, ਭਗਤੀ ਕਰਨੀ ਹੈ, ਭਗਤੀ ਦੀ ਕਮਾਈ ਕਰਨੀ ਹੈ, ਇਹ ਇਸ ਲਾਹਣ ਦੇ ਵਿੱਚ ਕਸ ਪਾਈ, ਉਹ ਛਿੱਲੜ ਪਾਈ ਹੋਈ ਪਰਮੇਸ਼ਰ ਦੀ ਭਗਤੀ ਕਰਨੀ ਰੂਪ ਕਮਾਈ ਰੂਪ। ਦੂਸਰੀ ਜਿਵੇਂ ਕਿੱਕਰ ਦੀ ਛਿੱਲ ਜੀ ਪਾਈ ਦੀ, ਉਹ ਨਹੀਂ ਅਸਾਂ ਨੇ ਪਾਈ। ਭਾਉ ਭਾਠੀ ਮੈਂ ਪ੍ਰੇਮ ਸੁਮਾਣਾ, ਜਿਵੇਂ ਭਾਉ ਭਾਠੀ ਮਨ ਧਾਰਾ, ਉੱਥੇ ਲਿਖਿਆ ਹੋਇਆ ਸ਼ਬਦ ਵਿੱਚ ਭਾਵ ਸ਼ਰਧਾ ਰੂਪ ਭੱਠੀ ਕੀਤੀ ਹੋਈ। ਇਹ ਸ਼ਰਧਾ ਰੂਪ ਭੱਠੀ ਵਿੱਚ ਪ੍ਰੇਮ ਜਿਹੜਾ ਸਮਾਉਣਾ ਕੀਤਾ ਹੈ। ਬ੍ਰਹਮ ਕੀ ਅਗਨ ਜਲਾਈ, ਬ੍ਰਹਮ ਅਭਿਆਸ ਦੀ ਜਿਹੜੀ ਅਗਨੀ ਹੈ ਉਹ ਜਾਲਣਾ ਕੀਤੀ ਇਸ ਭੱਠੀ ਦੇ ਹੇਠਾਂ। ਸਿੱਧੋ ਹਮ ਮਦਦ ਕੇ ਮਾਤੇ ਨਾਹੀ, ਹੇ ਸਿੱਧੋ ਨਾਥੋ ਅਸੀਂ ਇਸ ਨਸ਼ੇ ਦੇ, ਇਸ ਸ਼ਰਾਬ ਦੇ ਵਿੱਚ ਮਸਤ ਹੋਣ ਵਾਲੇ ਨਹੀਂ ਹਾਂ। ਜੋ ਮਤਵਾਲੇ ਮਦ ਕੇ ਮਾਤੇ, ਜੋ ਇਸ ਨਸ਼ੇ ਸ਼ਰਾਬ ਦੇ ਵਿੱਚ ਮਸਤ ਹੋਏ ਮਤਵਾਲੇ ਕਮਲੇ ਹੋਏ ਪਏ ਆਰਾਧਨ। ਕਿਨ ਮਤਵਾਲਿਓ ਮਾਹੀ, ਉਹ ਵੀ ਕਿੰਨਾ ਮਤਵਾਲਿਆਂ ਵਿੱਚ ਹੈ, ਕਿੰਨਾ ਅਕਲ ਮੱਤ ਵਾਲਿਆਂ ਵਿੱਚ, ਕਿੰਨਾ ਬੁੱਧੀ ਵਾਲਿਆਂ ਵਿੱਚ, ਉਹ ਤਾਂ ਕਿਸੇ ਬੁੱਧੀ ਵਾਲਿਆਂ ਵਿੱਚ ਮਤਵਾਲਿਆਂ ਵਿੱਚ ਨਹੀਂ ਹੈ। ਉਹ ਤਾਂ ਜਮਾ ਹੀ ਜਿਹੜੇ ਆ ਕਮਲੇ ਹੈ, ਬੇਅਕਲੇ ਹਨ। ਰਾਤ ਦਿਨ ਸ਼ਰਾਬਾਂ ਕਬਾਬਾਂ ਪੀ ਕੇ ਅਤੇ ਐਵੇਂ ਬਕਵਾਸ ਕਰਦੇ ਹਨ। ਰਹਾਉ ਸੁਰਤ ਨਲੀ ਭਾਉ ਬਾਸਨ ਕੀਨਾ, ਜਿਹੜੀ ਵਾਹਿਗੁਰੂ 'ਚ ਅਸਾਂ ਨੇ ਸੁਰਤੀ ਲਾਉਣੀ ਕੀਤੀ ਹੈ, ਸੁਰਤ ਜੋੜੀ ਹੋਈ ਹਰ ਵਕਤ, ਸੁਰਤ ਨੂੰ ਖਿੰਡਣ ਪੁੰਡਣ ਨਹੀਂ ਦੇਈਦਾ, ਇਹ ਕਹਿੰਦੇ ਨਾਲੀ ਕੀਤੀ ਹੋਈ, ਇਸ ਭੱਠੀ ਨੂੰ ਲਾਈ ਹੋਈ। ਜਿਹੜਾ ਭਾਉ ਹੈ ਪ੍ਰੇਮ ਦਾ ਭਾਂਡਾ ਬਣਾਉਣਾ ਕੀਤਾ ਹੈ, ਭਾਉ ਜਾਂ ਭਾਵਨਾ ਦਾ ਭਾਂਡਾ ਕੀਤਾ, ਭਾਉ ਜਾਂ ਜਿਹੜਾ ਹੈ ਸ਼ਰਧਾ ਦਾ ਭਾਂਡਾ ਬਣਾਉਣਾ ਕੀਤਾ ਹੈ। ਅੰਤਰ ਧਾਰ ਚਵਾਈ, ਜਿਹੜੀ ਅੰਤਰਮੁਖ ਬਿਰਤੀ ਕੀਤੀ ਹੋਈ ਹੈ, ਅੰਤਰਮੁਖ ਬਿਰਤੀ ਕਰਨੀ ਰੂਪ ਅਸਾਂ ਨੇ ਇਹ ਚੰਗੀ ਜਿਹੜੀ ਧਾਰ ਚਵਾਈ ਹੋਈ, ਅਰਕ ਕੱਢਿਆ ਹੋਇਆ ਹੈ। ਦਇਆ ਸਰਾਹੀ ਸਹਿਜ ਪਿਆਲਾ, ਜਿਹੜੀ ਜੀਵਾਂ ਪਰ ਦਇਆ ਕੀਤੀ ਹੋਈ ਕਰਨੀ ਰੂਪ ਗੁਣ ਧਾਰਨ ਕੀਤਾ, ਇਹ ਸੁਰਾਹੀ ਹੈ ਜਿਹਦੇ ਵਿੱਚ ਇਸ ਲਾਹਣ ਸ਼ਰਾਬ ਨੂੰ ਪਾਉਣਾ ਹੈ। ਅਤੇ ਸਹਿਜ ਦਾ ਪਿਆਲਾ, ਸ਼ਾਂਤੀ ਦਾ ਪਿਆਲਾ, ਗਿਆਨ ਦਾ ਪਿਆਲਾ। ਗੁਰਮਤਿ ਪੀਵੋ ਭਾਈ, ਗੁਰੂ ਦੀ ਮੱਤ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ, ਹੇ ਭਰਾਵੋ ਸਿੱਧੋ
ਤੁਸੀਂ ਵੀ ਪੀਵੋ ਪੀਣਾ ਕਰੋ, ਗੁਰਮਤਿ ਨਾਮ ਫਿਰੈ ਮਤਵਾਲਾ। ਗੁਰੂ ਦੀ ਮੱਤ ਦੁਆਰਾ, ਗੁਰੂ ਦੇ ਸਿੱਖਿਆ ਦੁਆਰਾ ਜਿਨ੍ਹਾਂ ਨੇ ਨਾਮ ਪ੍ਰਾਪਤ ਕਰ ਲਿਆ, ਉਹ ਨਾਮ ਦੇ ਵਿੱਚ ਹੀ ਮਤਵਾਲੇ ਹੋਏ ਫਿਰਦੇ ਆ, ਨਾਮ ਦੇ ਵਿੱਚ ਹੀ ਮਸਤ ਰਹਿੰਦੇ ਆ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹਿ ਦਿਨ ਰਾਤ, ਏਕ ਰੰਗ ਮੈਂ ਖੇਲੈ, ਏਕ ਰੰਗ ਵਾਹਿਗੁਰੂ ਦੇ ਵਿੱਚ ਹੀ, ਨਾਮ ਦੇ ਵਿੱਚ ਹੀ ਖਿਲੇ ਰਹਿੰਦੇ ਆ, ਮਸਤ ਰਹਿੰਦੇ, ਖੇਡਦੇ ਰਹਿੰਦੇ ਹਨ। ਜੈ ਦੇਖ ਤੈ ਏਕ ਸਰੂਪੀ, ਜਿੱਥੇ ਵੀ ਉਹ ਦੇਖਦੇ ਉੱਥੇ ਇੱਕ ਵਾਹਿਗੁਰੂ ਦੇ ਸਰੂਪ ਨੂੰ ਹੀ ਦੇਖਦੇ ਤੱਕਦੇ ਹਨ। ਮਾਰਗ ਪਾਇਆ ਚੇਲੈ, ਉਹਨਾਂ ਨੇ ਆਪਣੇ ਮਨ ਰੂਪੀ ਚੇਲੇ ਨੂੰ ਗਿਆਨ ਦੇ ਮਾਰਗ 'ਤੇ ਪਾਇਆ ਹੈ, ਭਾਵ ਭਗਤੀ ਦੇ ਮਾਰਗ 'ਤੇ ਪਾਇਆ ਹੈ। ਪਰਮੇਸ਼ਰ ਦੀ ਪ੍ਰਾਪਤੀ ਕਰਨ ਰੂਪ ਮਾਰਗ 'ਤੇ ਪਾਇਆ ਮਨ ਰੂਪੀ ਚੇਲੇ ਸੇਵਕ ਨੂੰ। ਨਿਭੀ ਖੇਪ ਹਮਾਰੀ ਸਿੱਧੋ, ਹੈ ਸਿੱਧੋ ਸਾਡੀ ਐਸੀ ਜਿਹੜੀ ਨਾ ਖੇਪ ਉਹ ਨਿਭ ਰਹੀ ਹੈ। ਆਠ ਪਹਿਰ ਲਿਵ ਲਾਗੀ, ਅੱਠੇ ਪੈਰ ਹੀ ਉਸ ਵਾਹਿਗੁਰੂ 'ਚ ਲਿਵ ਲੱਗੀ ਹੈ, ਉਹਦੇ ਨਾਮ ਵਿੱਚ ਹੀ ਲਿਵ ਲੱਗੀ ਰਹਿੰਦੀ ਹੈ। ਨਾਨਕ ਦਾਸ ਤਹਾਂ ਮਤਵਾਲਾ, ਗੁਰੂ ਨਾਨਕ ਸਾਹਿਬ ਕਹਿੰਦੇ ਵੀ ਅਸੀਂ ਨਾਨਕ ਦਾਸ ਪਰਮੇਸ਼ਰ ਦੇ ਉਸ ਉੱਥੇ ਮਤਵਾਲੇ ਹਾਂ, ਉਸ ਮਸਤੀ ਵਿੱਚ ਹਾਂ, ਉਸ ਨਸ਼ੇ ਵਿੱਚ ਮਸਤ ਹਾਂ। ਜਦ ਇੱਕ ਓਂਕਾਰ ਬੈਰਾਗੀ, ਜਿੱਥੇ ਇੱਕ ਓਂਕਾਰ ਵਾਹਿਗੁਰੂ ਹੈ, ਅਤੇ ਬੈਰਾਗੀ ਹੋ ਕੇ ਸੰਸਾਰ ਤੋਂ ਬਰਗਤੀ ਤਿਆਗੀ ਹੋ ਗਏ, ਬਰਾਗਮਾਨ ਹੋ ਗਏ, ਅਤੇ ਉਸ ਇੱਕ ਓਂਕਾਰ ਪਰਮੇਸ਼ਰ ਵਿੱਚ ਹੀ ਰਹਿ ਰਹੇ ਹਾਂ, ਉੱਥੇ ਮਸਤ ਹਾਂ। ਉੱਥੇ ਮਸਤੋ ਮਤਵਾਲਾ ਮਸਤ ਹਾਂ, ਮਸਤੇ ਹੋਏ ਹਾਂ, ਜਿੱਥੇ ਇੱਕ ਓਂਕਾਰ ਪਰਮੇਸ਼ਰ ਦੇ ਵਿੱਚ ਬੈਰਾਗੀ ਹੋ ਕੇ ਹਮੇਸ਼ਾ ਮਸਤ ਹੋ ਰਹੇ ਵਰਤ ਰਹੇ ਹਾਂ। ਦੋਹਰਾ ਅਸ ਪ੍ਰਕਾਰ ਕੇ ਬਚਨ ਸੁਣ, ਇਸ ਤਰ੍ਹਾਂ ਦੇ ਜਿਹੜੇ ਬਚਨਾਂ ਨੂੰ ਸੁਣ ਕੇ ਸਿੱਧ ਸਰਬ ਤਿਹ ਕਾਲ, ਉਸ ਵੇਲੇ ਜਿਹੜੇ ਸਾਰੇ ਸਿੱਧਨਾਥ ਨਿਜ ਮਤ ਕੇ ਅਨੁਸਾਰ ਹੋਵੇ, ਆਪੋ ਆਪਣੇ ਮਤ ਦੇ ਅਨੁਸਾਰ, ਭਾਵ ਜੋ ਸਿੱਧਾਂ ਦਾ ਮਤ ਹੈ, ਜੋ ਸਿੱਧਾਂ ਦੀ ਮਤ ਹੈ, ਅਕਲ ਹੈ, ਜਾਂ ਆਪਣੀ ਸਿੱਖਿਆ ਦੇ ਮੁਤਾਬਕ ਅਨੁਸਾਰੀ ਹੋ ਕੇ ਬੋਲੇ ਪਰਮ ਰਸਾਲ। ਫਿਰ ਨਾ ਬਹੁਤ ਰਸੀਲੇ, ਅਤੀ ਰਸੀਲੇ ਹੋ ਗਏ, ਬੜੇ ਪ੍ਰੇਮ ਪਿਆਰ ਵਿੱਚ ਆ ਕੇ ਢੰਗ ਨਾਲ ਹੀ ਮਹਾਰਾਜ ਨੂੰ ਬਚਨ ਬੋਲੇ ਆ। ਜਿਵੇਂ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਵੱਲੋਂ ਇੱਕ ਸ਼ਬਦ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਨਹੀਂ ਹੈ, ਉਹਦੇ ਰਾਹੀਂ ਉਹ ਕਹਿਣਗੇ ਮਹਾਰਾਜ ਜੀ ਨੂੰ, ਅੱਗੋਂ ਸਤਿਗੁਰੂ ਮਹਾਰਾਜ, ਜਿਵੇਂ ਫਿਰ ਗੁਰਬਾਣੀ ਰਾਮਕਲੀ ਰਾਗ 'ਚ ਜਿਵੇਂ ਵਾਰ 'ਚ ਆਉਂਦਾ ਸ਼ਬਦ, ਉਹਦੇ ਰਾਹੀਂ ਇਹਨਾਂ ਨੂੰ ਸਿੱਖਿਆ ਦੇਣਗੇ। ਜਿਵੇਂ ਵੱਖੋ ਵੱਖਰੇ ਸਵਾਲ ਕਰਨਗੇ, ਗੋਰਖਨਾਥ, ਈਸਰਨਾਥ, ਗੋਪੀ ਚੰਦ ਚਰਪਟਨਾਥ, ਭਰਥਰਨਾਥ, ਅਤੇ ਉਹਨਾਂ ਨੂੰ ਸਤਿਗੁਰੂ ਜੀ ਉਪਦੇਸ਼ ਦੇਣਗੇ। ਉਹ ਆਪਾਂ ਆਉਣ ਵਾਲੀ ਦੀਵਾਨਾਂ ਵਿੱਚ ਸਰਵਣ ਕਰ ਲਵਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ, ਕਿਉਂਕਿ ਜੋ ਨਾਲ ਪਾਠ ਕਰਨ ਦੀ ਸੇਵਾ ਸਿੰਘ ਕਰਦਾ ਹੈ, ਉਹ ਕਿਸੇ ਕਾਰਨ ਕੰਮ ਹੋ ਗਿਆ ਹੋਇਆ ਸੀ, ਉਹਦੇ ਸਭ ਕਰਕੇ ਇਹ ਦਾਸ ਨੇ ਜਿੰਨੀ ਕੁ ਮਹਾਰਾਜ ਨੇ ਸਮਝ ਪਾਈ, ਆਪੇ ਪਾਠ ਕਰਕੇ ਉਹ ਕਥਾ ਕੀਤੀ ਹੈ, ਜਿਹੜੀ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਕਰਵਾਈ ਹੈ। ਉਂਝ ਥੋੜ੍ਹਾ ਕਠਿਨ ਹੋ ਜਾਂਦਾ ਵੀ ਪਾਠੀ ਤੋਂ ਬਿਨਾਂ ਜਿਹੜੀ ਕਥਾ ਕੋਈ ਕਰਨੀ ਹੈ, ਆਪੇ ਕਥਾ ਕਰਨੀ, ਆਪੇ ਹੀ ਉਹ ਪਾਠ ਕਰਨਾ ਥੋੜ੍ਹਾ ਕਠਿਨ ਹੋ ਜਾਂਦਾ। ਤਾਂ ਹੀ ਗੁਰੂ ਮਹਾਰਾਜ ਨੇ ਬਿਧ ਬਣਾਈ ਹੈ ਵੀ ਇੱਕ ਪਾਠੀ ਸਿੰਘ ਨਾਲ ਅਤੇ ਇੱਕ ਜਿਹੜਾ ਕਥਾਵਾਚਕ ਵੱਖਰਾ ਹੋਵੇ, ਤਾਂ ਹੀ ਉਹ ਕਥਾ ਫਿਰ ਜਿਹੜੀ ਹੈ ਸੁਭਾਏਮਾਨ ਹੁੰਦੀ ਹੈ। ਹੁਣ ਇੱਥੇ 2-4 ਦਿਨ ਦਾ ਕੰਮ ਸੀ, ਜਿਹਦੇ ਕਰਕੇ ਵੀ ਛੁੱਟੀਆਂ ਗੈਰ ਹਾਜ਼ਰੀ ਨਾ ਗੁਰੂ ਘਰ ਹੋਵੇ। ਚਲੋ ਜੇ ਉਹ ਨਾਲ ਦਾ ਸਾਥੀ ਨਹੀਂ ਮਾਤੜਦੇ ਇੱਥੇ ਹੈ ਹੀ, ਅਤੇ ਜਿਸ ਤਰ੍ਹਾਂ ਮਹਾਰਾਜ ਆਪਣੀ ਸੇਵਾ ਲੈ ਰਹੇ ਆਪਾਂ ਕਰ ਰਹੇ ਹਾਂ ਸੰਗਤ ਦੇ ਸਹਿਯੋਗ ਨਾਲ। ਗੁਰੂ ਮਹਾਰਾਜ ਕਿਰਪਾ ਕਰਨ, ਆਪਣੀ ਸੇਵਾ ਆਪ ਹੀ ਇਸੇ ਤਰ੍ਹਾਂ ਕਰਵਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ।
ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਹੁਣ ਵਿਚਾਰਨ ਦੀ ਇੱਥੇ ਆਪਾਂ ਸਮਾਪਤੀ ਕਰੀਏ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਆਸ ਪ੍ਰਕਾਰ ਕੇ ਬਚਨ ਸੁਨ, ਸਿੱਧ ਸਰਬ ਤਿਹ ਕਾਲ। ਨਿਜ ਮਤ ਕੇ ਅਨੁਸਾਰ ਹੋਵੈ, ਬੋਲੇ ਪਰਮ ਰਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।